So today's topic for our grammar class is change of narration. So it is ninth chapter in your English grammar and composition book, and in this chapter, in this lecture, we will be learning about what direct and indirect speech is. Direct ਤੇ indirect speech ਕੀ ਹੁੰਦੀ ਹੈ? Transform the sentences from direct to indirect speech. Direct speech ਤੋਂ indirect speech 'ਚ ਕਿਵੇਂ ਆਪਾਂ ਟ੍ਰਾਂਸਫਾਰਮ ਕਰਦੇ ਆ sentences ਨੂੰ, ਤੇ ਉਸ ਤੋਂ ਇਲਾਵਾ ਜਿਹੜੀਆਂ indirect speech ਹੈ ਉਹਨੂੰ direct ਦੇ ਵਿੱਚ ਕਿਵੇਂ ਕਨਵਰਟ ਕਰਦੇ ਆ। ਸੋ ਸਭ ਤੋਂ ਪਹਿਲਾਂ ਦੇਖਦੇ ਆ ਕਿ direct ਤੇ indirect speech ਹੁੰਦੀ ਕੀ ਹੈ। ਹੁਣ ਜਿਵੇਂ ਤੁਸੀਂ ਇੱਥੇ ਇੱਕ ਪਿਕਚਰ ਦੇਖ ਰਹੇ ਹੋ, the teacher is saying welcome back to school. Okay, so ਹੁਣ ਇਹਦੇ ਵਾਸਤੇ sentence ਲਿਖਿਆ ਹੈ, the teacher said to the students welcome back to school. ਹੁਣ ਇਹ ਵਾਲੇ sentence ਦੇ ਵਿੱਚ ਜੋ teacher ਨੇ ਬੋਲਿਆ ਉਹ as it is ਹੀ inverted comma ਦੇ ਵਿੱਚ ਆਪਾਂ ਕੋਟ ਕਰਕੇ ਲਿਖਤਾ। ਜੋ ਕਿਸੇ ਬੰਦੇ ਨੇ ਡਾਇਰੈਕਟਲੀ ਬੋਲਿਆ, ਜੋ ਵਰਡਸ ਉਹਨੇ ਯੂਜ਼ ਕੀਤੇ, ਜਿਸ ਤਰੀਕੇ ਨਾਲ ਯੂਜ਼ ਕੀਤੇ, ਉਹਨਾਂ ਨੂੰ ਐਜ਼ ਇਟ ਇਜ਼ ਹੀ ਲਿਖ ਦੇਣਾ। ਦੈਟ ਇਜ਼ ਕਾਲਡ ਡਾਇਰੈਕਟ ਸਪੀਚ। ਓਕੇ, ਸੇਮ ਗੱਲ ਨੂੰ ਆਪਣੇ ਵਰਡਸ 'ਚ ਕਹਿਣਾ, ਦ ਟੀਚਰ ਵੈਲਕਮਡ ਦ ਸਟੂਡੈਂਟਸ ਬੈਕ ਟੂ ਸਕੂਲ। ਹੁਣ ਟੀਚਰ ਨੇ ਇੱਦਾਂ ਤਾਂ ਨਹੀਂ ਬੋਲਿਆ ਸੀ ਜਿੱਦਾਂ ਇਹ ਸੈਂਟੈਂਸ 'ਚ ਆਪਾਂ ਕਹਿ ਰਹੇ ਹਾਂ, ਪਰ ਆਪਾਂ ਇਹ ਸੈਂਟੈਂਸ ਦੇ ਵਿੱਚ ਕਰਕਸ ਦੱਸ ਰਹੇ ਹਾਂ ਕਿ ਟੀਚਰ ਕਹਿਣਾ ਕੀ ਚਾਹੁੰਦੇ ਸੀ। ਦ ਟੀਚਰ ਵੈਲਕਮਡ ਦ ਸਟੂਡੈਂਟਸ ਬੈਕ ਟੂ ਸਕੂਲ। ਟੀਚਰ ਨੇ ਬੱਚਿਆਂ ਨੂੰ ਵੈਲਕਮ ਕੀਤਾ ਸਕੂਲ ਵਾਪਿਸ ਆਉਣ 'ਤੇ। ਸੋ ਇਸ ਲਾਈਨ ਨੂੰ ਉੱਪਰ ਵਾਲਾ ਜਿਹੜਾ ਸੈਂਟੈਂਸ ਸੀਗਾ ਉਹਦਾ ਮੀਨਿੰਗ ਦੱਸਿਆ ਆਪਾਂ ਇਨਡਾਇਰੈਕਟ ਵੇ ਦੇ ਵਿੱਚ। ਸੋ ਦੈਟ ਇਜ਼ ਕਾਲਡ ਇਨਡਾਇਰੈਕਟ ਸਪੀਚ। ਹੁਣ ਇੱਥੇ ਆਪਾਂ ਦੇਖਦੇ ਹਾਂ ਕੁਝ ਹੋਰ ਐਗਜ਼ਾਮਪਲਸ ਦੇਖਦੇ ਹਾਂ। The act of reporting a person's speech is called narration. ਕੋਈ ਬੰਦਾ ਕਿਵੇਂ ਬੋਲ ਰਿਹਾ ਆ ਉਹਦੀ ਸਪੀਚ ਦੇ ਬਾਰੇ 'ਚ ਦੱਸਣਾ, ਉਸ ਚੀਜ਼ ਨੂੰ ਆਪਾਂ ਨਰੇਸ਼ਨ ਕਹਿੰਦੇ ਆ। ਸੋ ਡਾਇਰੈਕਟ ਸਪੀਚ ਦੇ ਵਿੱਚ ਐਕਚੁਅਲ ਵਰਡਸ ਸਪੋਕਨ ਬਾਈ ਅ ਪਰਸਨ ਆਰ ਕੋਟਡ ਵਿਦਿਨ ਇਨਵਰਟਡ ਕੌਮਾਸ। ਜਿਹੜੇ ਐਕਚੁਅਲ ਵਰਡ ਕਿਸੇ ਨੇ ਬੋਲੇ ਨੇ ਉਹਨਾਂ ਨੂੰ ਇਨਵਰਟਡ ਕੌਮਾ ਦੇ ਵਿੱਚ ਲਿਖ ਦੇਣਾ, ਦੈਟ ਇਜ਼ ਡਾਇਰੈਕਟ ਸਪੀਚ। ਇਨਡਾਇਰੈਕਟ ਸਪੀਚ ਕੀ ਹੈ? ਦ ਜਿਸਟ, ਮੀਨਿੰਗ ਔਰ ਮੈਟਰ। ਜੋ ਚੀਜ਼ ਕਿਸੇ ਨੇ ਕਹੀ ਹੈ ਉਸ ਚੀਜ਼ ਦਾ ਕਰਕਸ ਦੱਸਣਾ, ਉਸ ਚੀਜ਼ ਨੂੰ ਜਿਵੇਂ ਆਪਾਂ ਕਹਿੰਦੇ ਨਾ ਕਿਸੇ ਚੀਜ਼ ਦੀ ਸਮਰੀ ਦੱਸੋ। ਹੁਣ ਸਮਰੀ ਦੇ ਵਿੱਚ ਆਪਾਂ ਸਾਰਾ ਚੈਪਟਰ ਤੇ ਨਹੀਂ ਲਿਖਦੇ, ਸਮਰੀ ਦੇ ਵਿੱਚ ਆਪਾਂ ਮੇਨ ਗੱਲਾਂ ਦੱਸਦੇ ਹਾਂ, ਠੀਕ ਹੈ। ਸੋ ਕਿਸੇ ਚੀਜ਼ ਦੀ ਜਿਸਟ, ਮੀਨਿੰਗ ਜਾਂ ਮੈਟਰ ਦੱਸਣਾ ਬਿਨਾਂ ਇਨਵਰਟਡ ਕੌਮਾਸ ਦੇ, ਜਾਂ ਬਿਨਾਂ ਉਹ ਵਾਲੇ ਵਰਡਸ ਕਹੇ ਜਿਹੜੇ ਉਸ ਬੰਦੇ ਨੇ ਬੋਲੇ ਸੀਗੇ, ਉਹਨੂੰ ਆਪਾਂ ਇਨਡਾਇਰੈਕਟ ਸਪੀਚ ਕਹਿੰਦੇ ਹਾਂ, ਠੀਕ ਹੈ। ਹੁਣ ਜਿਵੇਂ ਫੋਰ ਐਗਜ਼ਾਮਪਲ ਕੋਈ ਹੋਰ ਆਪਾਂ ਪੰਜਾਬੀ 'ਚ ਹੀ ਕੋਈ ਲਾਈਨ ਦੇਖੀਏ, ਜਿਵੇਂ ਮੰਨ ਲਓ ਟੀਚਰ ਨੇ ਕਿਹਾ ਹੈ, ਟੀਚਰ ਕਲਾਸ 'ਚ ਕਹਿੰਦੇ ਕਿ ਆਪਣੀਆਂ ਇੰਗਲਿਸ਼ ਦੀਆਂ ਕਾਪੀਆਂ ਕਲਾਸ 'ਚ ਲੈ ਕੇ ਆਓ, ਆਪਣੀਆਂ ਇੰਗਲਿਸ਼ ਦੀਆਂ ਕਾਪੀਆਂ ਲੈ ਕੇ ਆਓ, ਮੈਂ ਚੈੱਕ ਕਰਨੀਆਂ ਨੇ। ਸੋ ਦਿਸ ਇਜ਼ ਦ ਡਾਇਰੈਕਟ ਸਪੀਚ। ਓਕੇ, ਜਦੋਂ ਤੁਸੀਂ ਆਪਣੇ ਕਿਸੇ ਦੋਸਤ ਨੂੰ ਦੱਸੋਗੇ, ਤੁਸੀਂ ਕਹੋਗੇ ਟੀਚਰ ਨੇ ਸਾਨੂੰ ਆਪਣੀਆਂ ਕਾਪੀਆਂ ਕਲਾਸ 'ਚ ਲਿਆਉਣ ਨੂੰ ਕਿਹਾ ਆ। ਸੋ ਦੈਟ ਇਜ਼ ਇਨਡਾਇਰੈਕਟ ਸਪੀਚ। ਓਕੇ, ਜੋ ਟੀਚਰ ਨੇ ਬੋਲਿਆ ਉਹ ਡਾਇਰੈਕਟ ਸਪੀਚ ਹੈ, ਫਿਰ ਉਸ ਸਪੀਚ ਨੂੰ ਤੁਸੀਂ ਆਪਣੇ ਵਰਡਸ 'ਚ ਕਿਸੇ ਨੂੰ ਕਨਵੇ ਕਰ ਰਹੇ ਹੋ, ਦੈਟ ਇਜ਼ ਇਨਡਾਇਰੈਕਟ ਸਪੀਚ। ਓਕੇ, ਸੋ ਇਸ ਤੋਂ ਅਗਲੀ ਚੀਜ਼ ਦੇਖਦੇ ਹਾਂ ਕਿ ਰਿਪੋਰਟਿੰਗ ਵਰਬ ਤੇ ਰਿਪੋਰਟਿੰਗ ਸਪੀਚ ਕੀ ਹੁੰਦੀ ਹੈ। ਰਿਪੋਰਟਿੰਗ ਵਰਬ ਉਹ ਚੀਜ਼ ਹੁੰਦੀ ਹੈ ਜਿਹੜੀ ਇਨਵਰਟਡ ਕੌਮਾਸ ਤੋਂ ਪਹਿਲਾਂ ਆਉਂਦੀ ਹੈ। ਆ ਦੇਖੋ, ਜਿਵੇਂ ਆ ਡਾਇਰੈਕਟ ਸਪੀਚ ਹੈ, ਇੱਥੇ ਸ਼ੀ ਸੈਡ ਟੂ ਮੀ, ਕੌਮਾ ਲਾ ਕੇ ਇਨਵਰਟਡ ਕੌਮਾ ਸ਼ੁਰੂ ਹੋ ਗਈ। ਸੋ ਇਨਵਰਟਡ ਕੌਮਾਸ ਤੋਂ ਪਹਿਲਾਂ ਵਾਲੀ ਜਿਹੜੀ ਚੀਜ਼ ਹੈ ਉਹਨੂੰ ਅਸੀਂ ਰਿਪੋਰਟਿੰਗ ਵਰਬ ਕਹਿੰਦੇ ਆ। ਜਿਹੜੀ ਚੀਜ਼ ਇਨਵਰਟਡ ਕੌਮਾਸ ਦੇ ਅੰਦਰ ਲਿਖੀ ਆ ਉਹਨੂੰ ਆਪਾਂ ਰਿਪੋਰਟਡ ਸਪੀਚ ਕਹਿੰਦੇ ਆ। ਓਕੇ, ਸੋ ਡਿਫਰੈਂਸ ਕੀ ਹੈਗਾ ਡਾਇਰੈਕਟ ਤੇ ਇਨਡਾਇਰੈਕਟ ਸਪੀਚ ਦੇ ਵਿੱਚ? ਡਾਇਰੈਕਟ ਸਪੀਚ ਦੇ ਵਿੱਚ ਐਕਚੁਅਲ ਵਰਡਸ ਆਫ ਦ ਸਪੀਕਰ ਆਰ ਕੋਟਡ ਇਨ ਇਨਵਰਟਡ ਕੌਮਾਸ। ਜਿਹੜੇ ਅਸਲੀ ਵਰਡ ਬੋਲੇ ਨੇ ਸਪੀਕਰ ਨੇ, ਜੋ ਵੀ ਬੰਦਾ ਗੱਲ ਕਰ ਰਿਹਾ ਸੀ ਉਹਨੇ ਜੋ ਵਰਡਸ ਬੋਲੇ ਨੇ ਆਪਣੀ ਜ਼ੁਬਾਨ ਤੋਂ, ਉਹਨਾਂ ਨੂੰ ਆਪਾਂ ਐਜ਼ ਇਟ ਇਜ਼ ਹੀ ਕੋਟਡ ਇਨਵਰਟਡ ਕੌਮਾਸ ਦੇ ਵਿੱਚ ਲਿਖ ਦਿੰਦੇ ਹਾਂ। ਇਨਡਾਇਰੈਕਟ ਸਪੀਚ ਦੇ ਵਿੱਚ ਕੀ ਕਰਦੇ ਹਾਂ? ਐਕਚੁਅਲ ਵਰਡਸ ਆਫ ਦ ਸਪੀਕਰ ਆਰ ਨਾਟ ਕੋਟਡ। ਜਿਹੜੇ ਕਿਸੇ ਪਰਸਨ ਨੇ ਚੀਜ਼ ਬੋਲੀ ਹੈ ਉਹ ਐਜ਼ ਇਟ ਇਜ਼ ਨਹੀਂ ਆਪਾਂ ਲਿਖਦੇ, ਦ ਮੀਨਿੰਗ ਔਰ ਮੈਟਰ ਆਫ ਦ ਰਿਪੋਰਟਡ ਸਪੀਚ ਇਜ਼ ਕਨਵੇਡ ਇਨਡਾਇਰੈਕਟਲੀ। ਆਪਾਂ ਉਸ ਕਹੀ ਗਈ ਗੱਲ ਦਾ ਮੀਨਿੰਗ ਦੱਸਦੇ ਹਾਂ, ਇਨਡਾਇਰੈਕਟਲੀ ਲਿਖਦੇ ਹਾਂ।
ਜਿਹੜੀ ਡਾਇਰੈਕਟ ਸਪੀਚ ਹੈ ਉਹਦੇ ਦੋ ਪਾਰਟਸ ਨੇ, ਰਿਪੋਰਟਿੰਗ ਵਰਬ ਤੇ ਰਿਪੋਰਟਡ ਸਪੀਚ। ਇਨਡਾਇਰੈਕਟ ਸਪੀਚ ਦਾ ਸਿਰਫ ਇੱਕ ਹੀ ਸੈਂਟੈਂਸ ਹੋਏਗਾ, ਉਹ ਆਪਾਂ ਕੰਪਲੈਕਸ ਸੈਂਟੈਂਸ ਦੀ ਫਾਰਮ ਦੇ ਵਿੱਚ ਲਿਖਦੇ ਹਾਂ। there is one complex sentence with principal clause and a subordinate clause। ਇਹਦੇ ਵਿੱਚ ਕੋਈ ਰਿਪੋਰਟਿੰਗ ਵਰਬ ਜਾਂ ਰਿਪੋਰਟਿੰਗ ਸਪੀਚ ਨਹੀਂ ਹੋਏਗੀ, ਦੋ ਪਾਰਟਸ ਨਹੀਂ ਹੋਣਗੇ, ਬਲਕਿ ਇੱਕ ਕੰਪਲੈਕਸ ਸੈਂਟੈਂਸ ਬਣੇਗਾ। ਓਕੇ, ਜਿਹੜਾ ਰਿਪੋਰਟਿੰਗ ਵਰਬ ਤੇ ਰਿਪੋਰਟਿੰਗ ਸਪੀਚ ਆ ਉਹਨੂੰ ਆਪਾਂ ਕਾਮਾਸ ਦੇ ਨਾਲ ਸੈਪਰੇਟ ਕਰਦੇ ਹਾਂ। ਹੁਣ ਜਿਹੜਾ ਕੰਪਲੈਕਸ ਸੈਂਟੈਂਸ ਆ ਉਹਦੇ ਵਿੱਚ ਸਾਨੂੰ ਕਾਮਾਸ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ, ਆਪਾਂ ਇਨਵਰਟਡ ਕਾਮਾਸ ਨਹੀਂ ਲਗਾਉਂਦੇ। ਓਕੇ, ਸੋ these are some main differences। ਬਾਕੀ ਵੀ ਤੁਸੀਂ ਦੇਖਣਾ ਹੈ ਤਾਂ ਪੜ੍ਹ ਸਕਦੇ ਹੋ ਅੱਗੇ। ਹੁਣ ਆਪਾਂ ਰੂਲਸ ਦੇਖਦੇ ਹਾਂ ਕਿ ਕੀ ਨੇ। ਆਪਾਂ ਡਾਇਰੈਕਟ ਸਪੀਚ ਨੂੰ ਇਨਡਾਇਰੈਕਟ ਸਪੀਚ ਜਦੋਂ ਕਨਵਰਟ ਕਰਦੇ ਹਾਂ ਤਾਂ ਕਿਹੜੇ ਰੂਲ ਫੋਲੋ ਹੁੰਦੇ ਨੇ। ਸਭ ਤੋਂ ਪਹਿਲਾ ਰੂਲ ਹੈ ਕਿ ਇਨਵਰਟਡ ਕਾਮਾਸ ਆਪਾਂ ਹਟਾ ਦਿੰਦੇ ਹਾਂ, ਇਨਵਰਟਡ ਕਾਮਾਸ ਆਰ ਰਿਮੂਵਡ। ਦੂਜਾ ਰੂਲ ਆ ਕਿ ਆਪਾਂ ਟੈਂਸ ਦੇਖਦੇ ਹਾਂ ਕਿ ਕਿਹੜਾ ਟੈਂਸ ਯੂਜ਼ ਹੋ ਰਿਹਾ ਰਿਪੋਰਟਿੰਗ ਵਰਬ ਦੇ ਵਿੱਚ। ਠੀਕ ਹੈ, ਰਿਪੋਰਟਿੰਗ ਵਰਬ ਕਿਹੜੀ, ਕੌਮਿਆਂ ਤੋਂ ਪਹਿਲਾਂ ਵਾਲੀ ਰਿਪੋਰਟਿੰਗ ਵਰਬ। ਠੀਕ ਹੈ, ਜਿਵੇਂ she says that, the teacher says to the student, ਆ ਰਿਪੋਰਟਿੰਗ ਵਰਬ ਆ। ਆਪਾਂ ਦੇਖਾਂਗੇ ਕਿ ਇੱਥੇ ਕਿਹੜਾ ਟੈਂਸ ਯੂਜ਼ ਹੋ ਰਿਹਾ। ਠੀਕ ਹੈ, ਜੇ ਤਾਂ ਉਹ ਟੈਂਸ ਪ੍ਰੈਜ਼ੈਂਟ ਜਾਂ ਫਿਊਚਰ ਆ, ਜਾਂ ਜੇ ਉਹ ਪ੍ਰੈਜ਼ੈਂਟ ਜਾਂ ਫਿਊਚਰ ਟੈਂਸ ਆ ਤਾਂ ਉਹਦੇ ਵਿੱਚ ਕੋਈ ਚੇਂਜ ਨਹੀਂ ਹੋਏਗਾ। there will be no change in the tense of the reported speech। ਰਿਪੋਰਟਡ ਸਪੀਚ ਦੇ ਵਿੱਚ ਕੋਈ ਚੇਂਜ ਨਹੀਂ ਕਰਨਾ ਟੈਂਸ ਦੇ ਵਿੱਚ, ਬਲਕਿ ਉਹਨੂੰ ਉਸੇ ਹੀ ਟੈਂਸ ਦੇ ਵਿੱਚ ਕਨਵਰਟ ਕਰਕੇ ਲਿਖ ਦੇਣਾ ਆ। ਜਿੱਦਾਂ ਹੁਣ ਐਗਜ਼ਾਮਪਲ ਦਿੱਤੀ ਹੈ, the teacher says to the student, says ਲਿਖਿਆ ਆ, say ਦੇ ਨਾਲ s ਲੱਗੀ ਆ, it means it is a present simple tense। ਠੀਕ ਹੈ, present simple tense ਹੈ। ਸੋ ਇਹ ਕਿਉਂਕਿ ਇਹ ਪ੍ਰੈਜ਼ੈਂਟ ਸਿੰਪਲ ਟੈਂਸ ਹੈ, ਇਸ ਕਰਕੇ ਇਹਦੀ ਜਿਹੜੀ ਰਿਪੋਰਟਡ ਸਪੀਚ ਆ ਇਹਦਾ ਟੈਂਸ ਵੀ ਚੇਂਜ ਨਹੀਂ ਹੋਏਗਾ। the teacher tells the students that she has corrected their notebooks। ਸੋ ਉੱਪਰ ਕਿਹੜਾ ਟੈਂਸ ਯੂਜ਼ ਕੀਤਾ ਸੀਗਾ, I have corrected। have corrected ਆਪਾਂ ਯੂਜ਼ ਕਰਦੇ ਹਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਵਿੱਚ। ਸੋ ਪ੍ਰੈਜ਼ੈਂਟ ਪਰਫੈਕਟ ਦਾ ਰੂਲ ਹੁੰਦਾ ਆ has have। ਠੀਕ ਹੈ, ਜਾਂ has ਲੱਗੇਗਾ ਜਾਂ have ਲੱਗੇਗਾ, ਨਾਲ ਵਰਬ ਦੀ ਥਰਡ ਫਾਰਮ ਆਏਗੀ। ਹੁਣ ਇੱਥੇ ਵੀ ਜਿਹੜਾ ਆਪਾਂ ਇਨਡਾਇਰੈਕਟ ਸਪੀਚ 'ਚ ਲਿਖਿਆ ਵਾ ਉਹਦੇ ਵਿੱਚ ਵੀ ਆਪਾਂ ਸੇਮ ਟੈਂਸ ਦੈਟ ਇਜ਼ ਪ੍ਰੈਜ਼ੈਂਟ ਪਰਫੈਕਟ ਟੈਂਸ ਯੂਜ਼ ਕੀਤਾ ਆ। ਠੀਕ ਹੈ, ਆਈ ਹੈਵ ਕਰੈਕਟਡ ਯੋਰ ਨੋਟਬੁੱਕਸ। ਹੁਣ ਆਪਾਂ ਅੱਗੇ ਰੂਲਸ ਦੇਖਾਂਗੇ ਕਿ ਆਈ ਦਾ ਸ਼ੀ ਕਿਵੇਂ ਬਣ ਗਿਆ, ਯੋਰ ਦਾ ਦੇਅਰ ਕਿਵੇਂ ਬਣ ਗਿਆ। ਪਰ ਜਿਹੜੇ ਟੈਂਸ ਆ ਇੱਥੇ ਧਿਆਨ ਦੇਣ ਵਾਲੀ ਗੱਲ ਆ ਕਿ ਟੈਂਸ ਚੇਂਜ ਨਹੀਂ ਹੋਇਆ। ਆਈ ਹੈਵ ਕਰੈਕਟਡ, ਸ਼ੀ ਹੈਜ਼ ਕਰੈਕਟਡ, ਟੈਂਸ ਜਿਹੜਾ ਉਹ ਸੇਮ ਰਿਹਾ। ਹੁਣ ਇਸ ਤੋਂ ਬਾਅਦ ਕੁਝ ਹੋਰ ਜਿਹੜੇ ਚੇਂਜਸ ਆਪਾਂ ਕਰਦੇ ਹਾਂ, ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜੇ ਪੁਆਇੰਟ ਆਫ ਵਿਊ ਆ, ਪਰਸਨਲ ਪ੍ਰੋਨਾਊਨਸ ਆ, ਫਸਟ ਪਰਸਨ, ਸੈਕਿੰਡ ਪਰਸਨ ਤੇ ਥਰਡ ਪਰਸਨ, ਇਹ ਕਾਫੀ ਜ਼ਿਆਦਾ ਡਿਟਰਮਿਨ ਕਰਦੇ ਨੇ ਕਿ ਕਿਹੜੇ ਰੂਲਸ ਫੋਲੋ ਹੋਣਗੇ ਜਾਂ ਕਿਵੇਂ ਚੇਂਜਸ ਹੋਣਗੇ ਆਪਣੇ ਸੈਂਟੈਂਸ ਦੇ ਵਿੱਚ। ਹੁਣ ਫਸਟ ਪਰਸਨ, ਸੈਕਿੰਡ ਪਰਸਨ ਤੇ ਥਰਡ ਪਰਸਨ ਕੀ ਹੁੰਦਾ ਆ, ਇਹ ਚੀਜ਼ ਸਮਝਣੀ ਜ਼ਰੂਰੀ ਹੈ। ਫਸਟ ਪਰਸਨ ਹੋਏਗਾ ਜਿਹੜਾ ਬੰਦਾ ਗੱਲ ਕਰ ਰਿਹਾ ਹੈ। ਠੀਕ ਹੈ, ਫਸਟ ਪਰਸਨ ਜਿਹੜਾ ਬੰਦਾ ਬੋਲ ਰਿਹਾ, ਜਿਹੜਾ ਬੰਦਾ ਗੱਲ ਕਰ ਰਿਹਾ। ਸੈਕਿੰਡ ਪਰਸਨ ਹੋਏਗਾ ਜਿਹਦੇ ਨਾਲ ਗੱਲ ਹੋ ਰਹੀ ਹੈ, ਤੇ ਥਰਡ ਪਰਸਨ ਹੋਏਗਾ ਜਿਹਦੇ ਬਾਰੇ 'ਚ ਗੱਲ ਹੋ ਰਹੀ ਹੈ। ਠੀਕ ਹੈ, ਹੁਣ ਤਿੰਨ ਜਾਣੇ ਇਮੈਜਿਨ ਕਰੋ, ਜਿਹੜਾ ਬੰਦਾ ਬੋਲ ਰਿਹਾ ਆ ਦੈਟ ਇਜ਼ ਫਸਟ ਪਰਸਨ, ਜਿਹੜਾ ਬੰਦਾ ਸੁਣ ਰਿਹਾ ਆ ਉਹ ਸੈਕਿੰਡ ਪਰਸਨ ਹੈ, ਤੇ ਜਿਹੜੇ ਬੰਦੇ ਦੇ ਬਾਰੇ 'ਚ ਗੱਲ ਹੋ ਰਹੀ ਹੈ ਦੈਟ ਇਜ਼ ਥਰਡ ਪਰਸਨ। ਸੋ ਫਸਟ ਪਰਸਨ ਦੇ ਲਈ ਆਪਾਂ ਕਿਹੜੇ ਵਰਡਸ ਯੂਜ਼ ਕਰਦੇ ਹਾਂ, ਆਈ ਤੇ ਵੀ। ਠੀਕ ਹੈ, ਫਸਟ ਪਰਸਨ ਜੇ ਮੈਂ ਗੱਲ ਕਰ ਰਹੀ ਹਾਂ, ਮੈਂ ਆਪਣੇ ਬਾਰੇ 'ਚ ਗੱਲ ਕਰਨੀ ਆ ਤਾਂ ਮੈਂ ਕਹੂੰਗੀ ਆਈ। ਜੇ ਜ਼ਿਆਦਾ ਜਾਣੇ ਆ ਅਸੀਂ ਤਾਂ ਵੀ ਯੂਜ਼ ਹੋਏਗਾ। ਠੀਕ ਹੈ, ਸੈਕਿੰਡ ਪਰਸਨ ਦੇ ਲਈ ਯੂ ਜਾਂ ਦਾਓ। ਦਾਓ ਆਪਾਂ ਯੂਜ਼ ਨਹੀਂ ਕਰਦੇ ਕਿਉਂਕਿ ਇਹ ਓਲਡ ਇੰਗਲਿਸ਼ ਦਾ ਪਾਰਟ ਆ, ਸੋ ਜ਼ਿਆਦਾਤਰ ਸੈਕਿੰਡ ਪਰਸਨ ਲਈ ਯੂ ਯੂਜ਼ ਹੁੰਦਾ ਆ। ਥਰਡ ਪਰਸਨ ਲਈ ਹੀ, ਸ਼ੀ, ਇਟ, ਦੇ ਯੂਜ਼ ਹੁੰਦਾ ਆ। ਥੀਸ ਆਰ ਨੋਮੀਨੇਟਿਵ ਕੇਸ। ਨੋਮੀਨੇਟਿਵ ਕੇਸ ਮਤਲਬ ਜੇ ਆਪਾਂ ਇਹਨਾਂ ਨੂੰ ਐਜ਼ ਸਬਜੈਕਟ ਲਿਖਣਾ ਵਾ ਆਪਣੇ ਸੈਂਟੈਂਸ ਦੇ ਵਿੱਚ, ਜੇ ਆਪਾਂ ਸ਼ੁਰੂ 'ਚ ਲਿਖਣਾ ਵਾ ਤਾਂ ਆਈ, ਵੀ, ਯੂ, ਹੀ, ਸ਼ੀ, ਇਟ, ਦੇ ਯੂਜ਼ ਹੋਏਗਾ। ਜੇ ਐਕਿਊਜ਼ੇਟਿਵ ਕੇਸ ਆ ਮੀਨਸ ਐਜ਼ ਆਬਜੈਕਟ ਲਿਖਣਾ ਵਾ ਤਾਂ ਫਿਰ ਮੀ, ਅਸ ਫॉर ਫਸਟ ਪਰਸਨ, ਯੂ ਫॉर ਸੈਕਿੰਡ ਪਰਸਨ, ਐਂਡ ਹਿਮ, ਹਰ, ਇਟ, ਦੈਮ। ਹੀ ਦਾ ਹਿਮ ਬਣ ਗਿਆ, ਸ਼ੀ ਦਾ ਹਰ ਬਣ ਗਿਆ, ਇਟ ਦਾ ਇਟ ਹੀ ਰਹੇਗਾ, ਐਂਡ ਦੇ ਦਾ ਦੈਮ ਬਣ ਜਾਏਗਾ। ਦੈਨ ਫॉर ਪੋਜੈਸਿਵ ਕੇਸ, ਕਿਸੇ ਬੰਦੇ ਨੇ ਦੱਸਣਾ ਆ ਕਿ ਇਹ ਚੀਜ਼ ਮੇਰੀ ਹੈ ਜਾਂ ਤੇਰੀ ਹੈ ਜਾਂ ਉਹਦੀ ਹੈ। ਠੀਕ ਹੈ, ਮਾਈ, ਮਾਈਨ, ਆਵਰ ਐਂਡ ਆਵਰਸ। ਫਿਰ ਸੈਕਿੰਡ ਪਰਸਨ ਲਈ योर, योर्स। थर्ड पर्सन ਲਈ he ਦਾ his ਬਣੇਗਾ, she ਦਾ her, hers, its, their and theirs। these are possessive cases।
ठीक है। हुण आपां देखदे हां कि नैक्सट रूल की ने। प्रोनाउंस ऑफ द फर्स्ट परसन इन द रिपोर्टेड स्पीच चेंज अकॉर्डिंग टू द, थोड़ा जिहा डिफिकल्ट आ मैनूं पता है कि तुहानूं डिफिकल्ट लग रहा होएगा समझण नूं, बट थोड़ा ध्यान नाल पढ़ोगे तो तुहानूं समझ आ जाएगा। जिवें जिवें आपां अगे वधदे जावांगे चीज़ां तुहानूं होर ज़्यादा क्लीयर हुंदियां जाणगीਆਂ। इत्थे थोड़ा जिहा तुहानूं डिफिकल्ट लग सकदा आ, पर जदों आपां एग्जाम्पल्स नाल करांगे तो चीज़ां तुहानूं काफ़ी ज़्यादा क्लीयर हो जाणगीਆਂ। सो जिवें आपां ਇਹ ਆਪਾਂ ਨੂੰ ਸੈਂਟੈਂਸ ਦਿੱਤਾ ਹੈ ਡਾਇਰੈਕਟ ਦੇ ਵਿੱਚ, ਮਾਈ ਸਿਸਟਰ ਸੈਡ ਟੂ ਮੀ ਆਈ ਡੋਂਟ ਵਾਂਟ ਟੂ ਵੇਸਟ ਮਾਈ ਟਾਈਮ। ਹੁਣ ਇਹਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੀ ਰਿਪੋਰਟਡ ਵਰਬ ਆ ਮਾਈ ਸਿਸਟਰ ਸੈਡ ਟੂ ਮੀ, ਇਹ ਪ੍ਰੈਜ਼ੈਂਟ 'ਚ ਨਹੀਂ ਹੈਗੀ, ਨਾ ਹੀ ਫਿਊਚਰ 'ਚ ਆ, ਹੈ ਨਾ। ਸੈਡ ਲਿਖਿਆ ਹੈ, ਇਟ ਮੀਨਸ ਇਟ ਇਜ਼ ਇਨ ਪਾਸਟ। ਸੋ ਪਾਸਟ 'ਚ ਆ, ਇਹਦਾ ਮਤਲਬ ਜਿਹੜੀ ਆਪਣੀ ਰਿਪੋਰਟਡ ਸਪੀਚ ਆ ਉਹਦੀ ਵਰਬ ਸਾਨੂੰ ਚੇਂਜ ਕਰਨੀ ਪਏਗੀ, ਉਹਦੀ ਜਿਹੜੀ ਟੈਂਸ ਆ ਉਹ ਸਾਨੂੰ ਚੇਂਜ ਕਰਨਾ ਪਏਗਾ, है ना। सो ये माई सिस्टर सैड टू मी, माई सिस्टर ये थर्ड परसन आ जिहदे बारे च गल हो रही है, क्योंकि माई सिस्टर सैड टू मी है ना, वो फर्स्ट परसन आ, ठीक है। जिहदे नाल मैं गल कर रही हाँ वो सैकेंड परसन आ। माई सिस्टर कोई थर्ड परसन है, ठीक है। सो माई सिस्टर इज़ थर्ड परसन। सो आई जिहड़ा आ इत्थे आई डोंट आई जिहड़ा वो फर्स्ट परसन आ, डोंट वॉन्ट टू वेस्ट माई, फिर माई आ गया, फर्स्ट परसन पोजैसिव, फर्स्ट परसन पोजैसिव है ये माई टाइम, ओके। हुण इहदे विच जे देखिया जावे माई सिस्टर सैड टू मी आई डोंट वॉन्ट टू वेस्ट माई टाइम। हुण इत्थे आई कौन है, हुण इत्थे आई किहदे लई यूज होया वा, माई सिस्टर दे वास्ते। माई टाइम माई किहदे लई यूज होया वा, सिस्टर दे वास्ते। सो जदों आपां इहनूं इनडायरैक्ट स्पीच च कन्वर्ट करांगे तां की बन जाएगा, माई सिस्टर टोल्ड मी दैट। जदों आपां इनवर्टेड कॉमास हटाउणे ने तां उत्थे दैट आ जाएगा। माई सिस्टर टोल्ड मी दैट, आई हुण माई सिस्टर लई यूज होया तां उहदे लई प्रोनाउन की आ जाएगा, शी डज नॉट द टेंस चेंज किया, प्रेजेंट सिंपल सीगा आपां इहनूं पास्ट सिंपल च कन्वर्ट किया, डिड बन गया, डोंट दा बन गया डिड। नॉट वॉन्ट टू वेस्ट, इत्थे माई सीगा, माई किहदे लई यूज किया, माई सिस्टर दे वास्ते। सो माई सिस्टर शी इज़ अ गर्ल, सो वॉन्ट टू वेस्ट हर टाइम, ओके। माई सिस्टर टोल्ड मी दैट शी डिड नॉट वॉन्ट टू वेस्ट हर टाइम, ओके। सो इस तरह नाल आपां जिहड़े प्रोनाउंस ने वो चेंज करने ने। हुण अगे थोड़ा जिहा आपां टेंस दे रूल्स देख लीए, उस तो आपां नूं थोड़ियां जिहियां चीज़ां होर क्लीयर हो जाणगीਆਂ कि किहड़े टेंस ने काहदे च चेंज होना है। जदों प्रैजेंट या फ्यूचर दे विच जिहड़ी इनडायरैक्ट वर्ब आ, ठीक है, जिहड़ी आपां नूं रिपोर्टेड वर्ब आ वो जे प्रैजेंट सिंपल च आ तां फिर कोई चेंज नहीं होना, पर जे वो पास्ट च है तां इस टेबल के अकॉर्डिंगली टेंस चेंज होएगा, ठीक है। जिहड़े प्रैजेंट सिंपल च दिते हुए ने टेंस वो आपां पास्ट सिंपल च चेंज कर देंगे, मतलब फस्ट फॉर्म लग गया वर्ब दी, जदों आपां इनडायरैक्ट स्पीच लिखांगे तो सैकेंड फॉर्म लग जाएगी। प्रैजेंट कॉन्टीन्यूअस पास्ट कॉन्टीन्यूअस च चेंज हो जाएगा, प्रैजेंट परफेक्ट पास्ट परफेक्ट च चेंज हो जाएगा, प्रैजेंट परफेक्ट कॉन्टीन्यूअस पास्ट परफेक्ट कॉन्टीन्यूअस च चेंज हो जाएगा। इत्थों तक बहुत ईजी है। जिन्ने सिंपल जिन्ने प्रैजेंट ने वो एज इट इज़ ही पास्ट च चेंज हो जाएंगे, ठीक है। उस तो बाद गल आई पास्ट की, जिहड़े सिंपल पास्ट च लिखे हुए ने वो पास्ट परफेक्ट च चेंज हो जाएंगे, जिहड़े पास्ट परफेक्ट च लिखे हुए आ उन्होंने पास्ट परफेक्ट च ही रहना है। जिहड़े फ्यूचर ने सिंपल फ्यूचर वो पास्ट फॉर्म ऑफ सिंपल फ्यूचर च चेंज हो जाएंगे। हुण पास्ट फॉर्म ऑफ सिंपल फ्यूचर की होएगा, जे विल शैल लगा या तो वुड आ जाएगा उत्थे, ठीक है, वुड आ जाएगा, बस ये चेंज आएगा। जे फ्यूचर कॉन्टीन्यूअस आ ते नाल वुड बी आ जाएगा, ठीक है। सिर्फ विल ने वुड च चेंज हो जाना, होर कोई चेंज नहीं होना। इत्थे भी विल ने वुड च चेंज हो गया, कॉन्टीन्यूअस च भी विल जिहड़ा वो वुड च चेंज हो जाएगा। दैन फ्यूचर परफेक्ट जिहड़ा आ वो भी पास्ट फॉर्म ऑफ फ्यूचर परफेक्ट चेंज हो जाएगा, दैट इज़ जे विल हैव समथिंग आ तां वुड हैव समथिंग आ जाएगा। सिमिलरली पास्ट फ्यूचर परफेक्ट कॉन्टीन्यूअस जिहड़ा आ वो भी ਉਹਦੇ ਵਿੱਚ ਵੀ ਆਪਾਂ ਵੁੱਡ ਲਗਾ ਦਾਂਗੇ। ਸਿੰਪਲੀ ਜਿੰਨੇ ਵੀ ਫਿਊਚਰ ਟੈਂਸ ਹੋਣਗੇ ਉਹਨਾਂ 'ਚ ਵਿਲ ਦੀ ਥਾਂ ਤੇ ਵੁੱਡ ਆ ਜਾਏਗਾ। ਜਿੰਨੇ ਵੀ ਪ੍ਰੈਜ਼ੈਂਟ ਟੈਂਸ ਹੋਣਗੇ ਜਿਹੜੀ ਫਾਰਮ ਹੈ ਪ੍ਰੈਜ਼ੈਂਟ ਟੈਂਸ ਦੀ
ਉਹ ਪਾਸਟ ਦੇ ਵਿੱਚ ਐਜ਼ ਇਟ ਇਜ਼ ਹੀ ਚੇਂਜ ਹੋ ਜਾਏਗਾ। ਜੇ ਸਿੰਪਲ ਪਾਸਟ ਹੈ ਤਾਂ ਸਿੰਪਲ ਪ੍ਰੈਜ਼ੈਂਟ ਸਿੰਪਲ ਪਾਸਟ ਹੋ ਜਾਏਗਾ, ਪਰਫੈਕਟ ਹੈ ਤਾਂ ਪਾਸਟ ਪਰਫੈਕਟ ਹੋ ਜਾਏਗਾ। ਬਸ ਜਦੋਂ ਪਾਸਟ ਪਰਫੈਕਟ ਆ ਡਾਇਰੈਕਟ ਸਪੀਚ ਦੇ ਵਿੱਚ ਤਾਂ ਉਹਨੇ ਪਾਸਟ ਪਰਫੈਕਟ ਰਹਿਣਾ ਆ, ਜੇ ਸਿੰਪਲ ਪਾਸਟ ਆ ਤਾਂ ਉਹਨੇ ਪਾਸਟ ਪਰਫੈਕਟ ਦੇ ਵਿੱਚ ਚੇਂਜ ਹੋਣਾ। ਇਹ ਕੁਝ ਰੂਲਸ ਨੇ, ਤੁਸੀਂ ਜੇ ਚਾਹੋ ਤਾਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਬਹੁਤ ਈਜ਼ੀ ਰੂਲਸ ਨੇ, ਕੁਝ ਵੀ ਇਹਦੇ 'ਚ ਕਨਫਿਊਜ਼ਨ ਵਾਲਾ ਨਹੀਂ ਹੈਗਾ। ਜਦੋਂ ਤੁਸੀਂ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਬਹੁਤ ਹੀ ਸਿੰਪਲ ਹੁੰਦੇ ਨੇ। ਜਦੋਂ ਆਪਾਂ ਨਰੇਸ਼ਨ ਚੇਂਜ ਕਰਨੀ ਹੈ ਤਾਂ ਬਹੁਤ ਸਿੰਪਲ ਹੈ, ਜਸਟ ਰੂਲਸ ਹੀ ਦੇਖਣ ਨੂੰ ਥੋੜੇ ਡਰਾਵਨੇ ਲੱਗ ਰਹੇ ਨੇ। ਫਿਰ ਉਸ ਤੋਂ ਬਾਅਦ ਆ ਜਾਂਦੇ ਆ ਮੋਡਲ ਵਰਬਸ। ਜਿਹੜੇ ਆਪਾਂ ਮੋਡਲ ਵਰਬ ਯੂਜ਼ ਕਰਨੇ ਆ ਜਦੋਂ ਉਹ ਆਉਣਗੇ ਆਪਣੀ ਰਿਪੋਰਟਡ ਸਪੀਚ ਦੇ ਵਿੱਚ, ਤਾਂ ਕੈਨ ਦਾ ਕੁਡ ਬਣ ਜਾਏਗਾ, ਵਿਲ ਸ਼ੈਲ ਦਾ ਵੁੱਡ ਬਣ ਜਾਏਗਾ, ਮੇ ਦਾ ਮਾਈਟ ਬਣ ਜਾਏਗਾ। ਤੇ ਜਿਹੜਾ ਕੁਡ ਸ਼ੁੱਡ ਵੁੱਡ ਐਂਡ ਮਾਈਟ ਆ, ਜਿਹੜੇ ਕਿ ਆਲਰੇਡੀ ਪਾਸਟ 'ਚ ਨੇ, ਉਹਨਾਂ 'ਚ ਕੋਈ ਚੇਂਜ ਨਹੀਂ ਆਏਗਾ, ਉਹ ਐਜ਼ ਇਟ ਇਜ਼ ਹੀ ਰਹਿਣਗੇ। ਹੁਣ ਜਿਵੇਂ ਡਾਇਰੈਕਟ ਸਪੀਚ 'ਚ ਕੋਈ ਕਹਿ ਰਿਹਾ ਹੀ ਸੈਡ ਟੂ ਮੀ ਯੂ ਕੈਨ ਟੇਕ ਮਾਈ ਬੁੱਕ। okay, so this is a direct speech, he said to me you can take my book। so ਜਦੋਂ ਆਪਾਂ ਇਹਨੂੰ direct change ਕੀਤਾ ਤਾਂ ਕੀ ਆਏਗਾ, ਹੁਣ said ਲੱਗਿਆ ਆ, it means past ਹੈ। so he told me that, ਇਹ ਵੀ ਆਪਾਂ ਦੇਖਾਂਗੇ ਕਿ ਕਿਹੜੀ ਚੀਜ਼ ਨੇ told 'ਚ ਕਨਵਰਟ ਹੋਣਾ ਹੈ ਤੇ ਕਿੰਨੇ ਕਾਹਦੇ 'ਚ ਕਨਵਰਟ ਹੋਣਾ ਹੈ, ਠੀਕ ਹੈ। so he told me that, ਹੁਣ ਇਹ he said to me, ਉਹਨੇ ਮੈਨੂੰ ਕਿਹਾ you can take my book, ਜੇ ਉਹ ਮੈਨੂੰ you ਕਹਿ ਰਿਹਾ ਹੈ it means ਉਹ ਮੇਰੇ ਬਾਰੇ 'ਚ ਗੱਲ ਕਰ ਰਿਹਾ। so he told me that I could take his book, can ਦਾ could ਬਣ ਗਿਆ, take ਦਾ take ਹੀ ਰਿਹਾ, ਠੀਕ ਹੈ। ਹੁਣ my book ਕਿਹਦੀ ਸੀਗੀ, ਇਹਦੀ, ਇਹ ਵਾਲੇ ਪਰਸਨ ਦੀ ਹੈ ਨਾ, ਇਹਦੀ book ਸੀਗੀ he ਦੀ। so ਇੱਥੇ ਆ ਗਿਆ his book, he told me that I could take his book। okay, so ਜਿਹੜਾ must ਆ, must ਨੇ ਜਦੋਂ ਆਪਾਂ ਚੇਂਜ ਕਰਨਾ ਹੋਏਗਾ must ਨੂੰ, ਤਾਂ ਉਹ would have ਲੱਗ ਜਾਏਗਾ, would have ਦੇ ਵਿੱਚ ਕਨਵਰਟ ਹੋ ਜਾਏਗਾ। ਓਕੇ, ਸੋ ਡਾਇਰੈਕਟ ਸਪੀਚ ਦੇ ਵਿੱਚ ਆਪਾਂ this ਲਿਖਦੇ ਹਾਂ, ਜਦੋਂ this ਲਿਖਿਆ ਹੁੰਦਾ ਤਾਂ ਉਹ ਚੇਂਜ ਹੋ ਕੇ that ਬਣ ਜਾਂਦਾ ਇਨਡਾਇਰੈਕਟ ਸਪੀਚ ਦੇ ਵਿੱਚ। ਜਦੋਂ these ਲਿਖਿਆ ਹੋਵੇ that changes into those, here hither ਲਿਖਿਆ ਹੋਵੇ ਤਾਂ there thither ਆ ਜਾਂਦਾ ਆ। ਹੁਣ ਇੱਥੇ hither and thither ਜਿਹੜਾ ਆ ਉਹ ਓਲਡ ਇੰਗਲਿਸ਼ ਦੇ ਵਰਡਸ ਨੇ, ਉਹ ਆਪਾਂ ਯੂਜ਼ ਨਹੀਂ ਕਰਦੇ। hence ਨੂੰ thence ਚੇਂਜ ਹੋ ਜਾਂਦਾ ਆ, come go 'ਚ ਚੇਂਜ ਹੋ ਜਾਂਦਾ ਆ, now then 'ਚ ਚੇਂਜ ਹੋ ਜਾਂਦਾ ਆ, today that day 'ਚ ਚੇਂਜ ਹੋ ਜਾਂਦਾ, tonight that night 'ਚ ਚੇਂਜ ਹੋ ਜਾਂਦਾ, yesterday previous day 'ਚ ਚੇਂਜ ਹੋ ਜਾਂਦਾ, last week month or year previous week month or year 'ਚ ਚੇਂਜ ਹੋ ਜਾਂਦਾ, last night the night before, tomorrow the next day and next week the following week month or year ਦੇ ਵਿੱਚ ਚੇਂਜ ਹੋ ਜਾਂਦਾ। ago ਜਿਹੜਾ ਆ ਉਹ before ਦੇ ਵਿੱਚ ਚੇਂਜ ਹੋ ਜਾਂਦਾ। ਓਕੇ, ਸੋ ਕਈ ਸਿਚੁਏਸ਼ਨਸ ਦੇ ਵਿੱਚ ਜਿਹੜਾ ਟੈਂਸ ਆ ਰਿਪੋਰਟਡ ਸਪੀਚ ਦਾ ਉਹ ਚੇਂਜ ਨਹੀਂ ਹੁੰਦਾ, ਉਹਨੂੰ ਆਪਾਂ ਚੇਂਜ ਨਹੀਂ ਕਰਦੇ। ਕਦੋਂ ਨਹੀਂ ਚੇਂਜ ਕਰਦੇ, ਜਦੋਂ ਉਹ ਕੋਈ ਯੂਨੀਵਰਸਲ ਟਰੂਥ ਹੋਵੇ, ਮੈਥਮੈਟੀਕਲ ਫੈਕਟ ਹੋਵੇ, ਜਿਓਗ੍ਰਾਫੀਕਲ ਫੈਕਟ, ਜਦੋਂ ਕੋਈ ਫੈਕਟ ਆ ਜਾਂ ਯੂਨੀਵਰਸਲ ਟਰੂਥ ਆ ਉਹਦਾ ਟੈਂਸ ਚੇਂਜ ਨਹੀਂ ਹੋਏਗਾ। ਹੁਣ ਫॉर एग्जांपल the teacher said the earth revolves around the sun, ਠੀਕ ਹੈ। ਹੁਣ ਇਹ ਸੱਚਾਈ ਹੈ, ਯੂਨੀਵਰਸਲ ਟਰੂਥ ਹੈ, ਇਹਦਾ ਆਪਾਂ ਟੈਂਸ ਨਹੀਂ ਚੇਂਜ ਕਰ ਸਕਦੇ, ਠੀਕ ਹੈ। ਸੋ ਇਨਡਾਇਰੈਕਟ ਸਪੀਚ ਕੀ ਹੋਏਗਾ, the teacher said that the earth revolves around the sun, ਇਹਦਾ ਆਪਾਂ ਟੈਂਸ ਚੇਂਜ ਨਹੀਂ ਕੀਤਾ, ਸਿਰਫ said ਤੋਂ ਬਾਅਦ that ਲਗਾਤਾ ਤੇ ਇਨਵਰਟਡ ਕਾਮਸ ਹਟਾ ਦੇ, ਬਸ ਹੋਰ ਕੋਈ ਚੇਂਜ ਨਹੀਂ ਕੀਤਾ। ਹੁਣ ਇਹਦੇ 'ਚ ਸਮਝਣ ਵਾਲੀ ਚੀਜ਼ ਇਹ ਆ ਕਿ ਜਦੋਂ ਕੋਈ ਬੰਦਾ ਡਾਇਰੈਕਟ ਬੋਲ ਰਿਹਾ ਆ ਤਾਂ ਉਹ ਉਸ ਸਿਚੁਏਸ਼ਨ ਦੇ ਅਕੋਰਡਿੰਗ ਉਸ ਟਾਈਮ 'ਤੇ ਬੋਲ ਰਿਹਾ ਆ, ਪਰ ਜਦੋਂ ਆਪਾਂ ਉਸ ਚੀਜ਼ ਨੂੰ ਇਨਡਾਇਰੈਕਟ ਦੱਸਣਾ, ਆਪਾਂ ਜਦੋਂ ਉਹ ਗੱਲ ਕਹੀ ਜਾ ਚੁੱਕੀ ਆ ਉਸ ਤੋਂ ਬਾਅਦ 'ਚ ਉਹ ਗੱਲ ਦੱਸਣੀ ਹੈ, ਇਟ ਮੀਨਸ ਉਹ ਚੀਜ਼ ਪਾਸਟ 'ਚ ਰਹਿ ਗਈ ਹੈ, ਠੀਕ ਹੈ। ਆਪਾਂ ਜਿਹੜੀ ਚੀਜ਼ ਦੀ ਗੱਲ ਕਰ ਰਹੇ ਹਾਂ ਉਹ ਪਾਸਟ 'ਚ ਸੀ, ਇਸੇ ਕਰਕੇ ਜਿੰਨੇ ਪ੍ਰੈਜ਼ੈਂਟ ਟੈਂਸਿਸ ਨੇ ਉਹ ਸਾਰੇ ਪਾਸਟ 'ਚ ਚੇਂਜ ਹੋ ਜਾਣੇ ਆ, ਠੀਕ ਹੈ। ਪਰ ਜਿਹੜੀਆਂ ਯੂਨੀਵਰਸਲ ਟਰੂਥਸ ਨੇ, ਚਾਹੇ ਉਹ ਪਾਸਟ 'ਚ ਕਹੀਆਂ ਗਈਆਂ ਹੋਣ, ਚਾਹੇ ਉਹ ਜਦੋਂ ਮਰਜ਼ੀ ਕਹੀਆਂ ਗਈਆਂ ਹੋਣ, ਉਹ ਹਰ ਵੇਲੇ ਪ੍ਰੈਜ਼ੈਂਟ 'ਚ ਹੀ ਲਿਖੀਆਂ ਜਾਂਦੀਆਂ ਵਾ, ਕਿਉਂਕਿ ਉਹ ਉਦੋਂ ਵੀ ਹੋ ਰਹੀਆਂ ਸੀ ਤੇ ਉਹ ਹੁਣ ਵੀ ਹੋ ਰਹੀਆਂ ਨੇ। ਜਿਹੜਾ ਅਰਥ ਰਿਵੋਲਵਸ ਅਰਾਊਂਡ ਦਾ ਸਨ ਹੈ, ਜਦੋਂ ਇਹ ਗੱਲ ਕਿਸੇ ਨੇ ਕਹੀ ਹੈ, ਉਹ ਉਦੋਂ ਵੀ ਸੱਚ ਸੀਗੀ, ਉਦੋਂ ਵੀ ਹੋ ਕਰ ਰਹੀ ਸੀ ਅਰਥ ਰਿਵੋਲਵ, ਤਾਂ ਹੁਣ ਵੀ ਕਰ ਰਹੀ ਹੈ, ਇਸ ਕਰਕੇ ਇਹਦਾ ਟੈਂਸ ਚੇਂਜ ਨਹੀਂ ਹੋਣਾ, ਠੀਕ ਹੈ। ਸੋ ਇਸ ਤੋਂ ਬਾਅਦ ਦੇਖਦੇ ਹਾਂ
ਜਦੋਂ ਕੋਈ ਮੋਰੈਲਿਟੀ ਜਾਂ ਪ੍ਰੋਵਰਬ ਦੀ ਗੱਲ ਕੀਤੀ ਹੋਵੇ, ਜਿਵੇਂ ਦ ਓਨੈਸਟੀ ਇਜ਼ ਦ ਬੈਸਟ ਪੋਲਿਸੀ, ਹੈ ਨਾ, ਇਹ ਵੀ ਯੂਨੀਵਰਸਲ ਟਰੁੱਥ ਆ, ਠੀਕ ਹੈ, ਇਸ ਕਰਕੇ ਇਹ ਵੀ ਚੇਂਜ ਨਹੀਂ ਹੋਏਗਾ। ਰੀਆ ਸੈਡ ਟੂ ਹਰ ਬ੍ਰਦਰ ਓਨੈਸਟੀ ਇਜ਼ ਦ ਬੈਸਟ ਪੋਲਿਸੀ, ਰੀਆ ਟੋਲਡ ਹਰ ਬ੍ਰਦਰ। ਹੁਣ ਇੱਥੇ ਵੀ ਬਸ ਕੀ ਚੇਂਜ ਆਇਆ, ਸੈਡ ਟੂ ਹਰ ਬ੍ਰਦਰ ਦਾ ਟੋਲਡ ਆ ਗਿਆ, ਇਨਵਰਟਡ ਕਾਮਸ ਹਟ ਕੇ that ਲੱਗ ਗਿਆ, ਬਾਕੀ ਚੀਜ਼ ਐਜ਼ ਇਟ ਇਜ਼ ਹੀ ਆ ਗਈ। ਰੀਆ ਟੋਲਡ ਹਰ ਬ੍ਰਦਰ that honesty is the best policy। okay, ਹੁਣ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੁਝ ਐਗਜ਼ਾਮਪਲਸ ਦੇਖ ਲੈਂਦੇ ਆ, ਸੋ ਦੈਟ ਆਪਾਂ ਨੂੰ ਥੋੜਾ ਸਮਝ ਆ ਜਾਵੇ, ਥੋੜਾ ਕਲੀਅਰ ਹੋ ਜਾਵੇ ਜਿਹੜੇ ਰੂਲਸ ਆਪਾਂ ਪੜ੍ਹੇ ਨੇ। ਜਿਵੇਂ ਡਾਇਰੈਕਟ ਸਪੀਚ ਕੋਈ ਕਹਿ ਰਿਹਾ ਹੀ ਸੈਡ ਆਈ ਐਮ ਵਾਚਿੰਗ ਟੀਵੀ, ਓਕੇ, ਹੀ ਸੈਡ, ਹੁਣ ਸੈਡ ਜਿਹੜਾ ਪਾਸਟ ਆ, ਠੀਕ ਹੈ, ਸੋ ਕਿਸੇ ਨੇ ਪਾਸਟ ਚ ਕਿਹਾ ਸੀਗਾ ਆਈ ਐਮ ਵਾਚਿੰਗ ਟੀਵੀ, ਕਿ ਮੈਂ ਟੀਵੀ ਵੇਖ ਰਿਹਾ ਆ। ਹੁਣ ਜਦੋਂ ਹੁਣ ਆਪਾਂ ਉਹ ਗੱਲ ਕਰਨੀ ਆ ਤਾਂ ਆਈ ਐਮ ਵਾਚਿੰਗ ਟੀਵੀ ਤਾਂ ਪਾਸਟ ਚ ਰਹਿ ਚੁੱਕਿਆ ਨਾ, ਆਈ ਐਮ ਵਾਚਿੰਗ ਟੀਵੀ ਪਾਸਟ ਚ ਆ, ਠੀਕ ਹੈ, ਕਿਉਂਕਿ ਸੈਡ ਲੱਗਾ ਹੋਇਆ, ਕਿਸੇ ਨੇ ਪਹਿਲਾਂ ਕਿਹਾ ਸੀਗਾ, ਠੀਕ ਹੈ। ਸੋ ਜਦੋਂ ਆਪਾਂ ਇੰਡਾਇਰੈਕਟ ਲਿਖਾਂਗੇ ਤਾਂ ਜਿਹੜੀ ਆ ਰਿਪੋਰਟਡ ਸਪੀਚ ਆ ਇਹ ਪਾਸਟ ਚ ਕਨਵਰਟ ਹੋ ਜਾਏਗੀ, ਠੀਕ ਹੈ। ਹੀ ਸੈਡ ਦੈਟ, ਹੁਣ ਇਥੋਂ ਇਨਵਰਟਡ ਕਾਮਸ ਹਟ ਕੇ ਦੈਟ ਆ ਜੂਗੇ ਕਿਉਂਕਿ ਆਪਾਂ ਇੰਡਾਇਰੈਕਟ ਲਿਖਣਾ ਆ। ਸੋ ਹੀ ਸੈਡ ਦੈਟ ਹੀ ਵਾਜ਼ ਵਾਚਿੰਗ ਟੀਵੀ, ਠੀਕ ਹੈ, ਹੀ ਨੇ ਕਿਹਾ ਸੀ ਆਈ ਐਮ ਵਾਚਿੰਗ ਟੀਵੀ, ਸੋ ਇੱਥੇ ਆਈ ਕੌਣ ਹੈ, ਹੀ, ਠੀਕ ਹੈ। ਸੋ ਹੀ ਸੈਡ ਦੈਟ ਹੀ ਵਾਜ਼ ਵਾਚਿੰਗ ਟੀਵੀ। ਦੈਨ ਨੈਕਸਟ ਹੈਗੀ ਐਗਜ਼ਾਮਪਲ, ਮਾਈ ਫਰੈਂਡ ਸੈਡ ਟੂ ਮੀ, ਮੇਰੇ ਦੋਸਤ ਨੇ ਮੈਨੂੰ ਕਿਹਾ ਸੀ, ਸੈਡ ਟੂ ਮੀ, ਸੈਡ ਹੁਣ ਪਾਸਟ ਆ, ਠੀਕ ਹੈ, ਸੇ ਦੀ ਸੈਕਿੰਡ ਫਾਰਮ ਹੈ ਸੈਡ, ਸੋ ਇਹ ਤੋਂ ਪਤਾ ਲੱਗ ਗਿਆ ਕਿ ਇਹ ਪਾਸਟ ਗੱਲ ਹੋ ਰਹੀ ਹੈ। ਕੀ ਕਿਹਾ ਸੀ, ਆਈ ਹੈਵ ਸੋਲਵਡ ਦ ਸਮ, ਕਿ ਮੈਂ ਸਮ ਸੋਲਵ ਕਰ ਲਿਆ ਆ, ਉਹਨੇ ਪਹਿਲਾਂ ਕਿਹਾ ਸੀ, ਇਸ ਕਰਕੇ ਉਹ ਚੀਜ਼ ਪਾਸਟ 'ਚ ਜਾ ਚੁੱਕੀ ਹੈ। ਸੋ ਇਨਡਾਇਰੈਕਟ ਸਪੀਚ ਕੀ ਬਣੇਗੀ, ਮਾਈ ਫਰੈਂਡ ਟੋਲਡ ਮੀ ਦੈਟ, ਸੈਡ ਟੂ ਮੀ, ਸੈਡ ਟੂ ਮੀ ਨੂੰ ਟੋਲਡ 'ਚ ਚੇਂਜ ਕਰਤਾ, ਠੀਕ ਹੈ। ਜਦੋਂ ਸੈਡ ਟੂ ਮੀ ਆਇਆ ਹੋਏਗਾ, ਲਿਖਿਆ ਹੋਏਗਾ ਤਾਂ ਟੋਲਡ 'ਚ ਕਨਵਰਟ ਹੋ ਜਾਏਗਾ, ਠੀਕ ਹੈ। ਜਦੋਂ ਸਿੰਪਲ ਸੈਡ ਲਿਖਿਆ ਆਇਆ ਤਾਂ ਉਹਦਾ ਸੈਡ ਹੀ ਰਹਿਣਾ ਹੈ, ਠੀਕ ਹੈ। ਮਾਈ ਫਰੈਂਡ ਸੈਡ ਟੂ ਮੀ ਆਈ ਹੈਵ ਸੋਲਵਡ ਦ ਸਮ, ਇਨਡਾਇਰੈਕਟ ਕੀ ਬਣੇਗਾ, ਮਾਈ ਫਰੈਂਡ ਟੋਲਡ ਮੀ ਦੈਟ, ਇਨਵਰਟਡ ਕਾਮਸ ਹਟ ਕੇ ਦੈਟ ਲੱਗ ਗਿਆ, ਹੀ ਹੈਡ ਸੋਲਵਡ ਦ ਸਮ, ਹੁਣ ਹੈਵ ਲੱਗਾ ਸੀਗਾ, ਪਾਸਟ 'ਚ ਹੈਡ ਬਣ ਗਿਆ, ਠੀਕ ਹੈ, ਹੀ ਹੈਡ ਸੋਲਵਡ ਦ ਸਮ, ਓਕੇ। ਨੈਕਸਟ ਹੈਗਾ, ਹੀ ਸੈਡ ਟੂ ਮੀ ਆਈ ਕੈਨ ਐਕਸਪਲੇਨ ਦ ਸਿਚੁਏਸ਼ਨ, ਹੁਣ ਇੱਥੇ ਇਹ ਧਿਆਨ ਰੱਖਣਾ ਕਿ ਇੱਥੇ ਆਈ ਕੌਣ ਹੈ, ਹੀ ਕਹਿ ਰਿਹਾ ਆ ਮੈਨੂੰ, ਜਦੋਂ ਕੋਈ ਬੋਲ ਰਿਹਾ ਆ ਤੇ ਉਹ ਆਈ ਕਹਿ ਰਿਹਾ, ਇਹਦਾ ਮਤਲਬ ਆਈ ਇੱਥੇ ਕੌਣ ਹੈ, ਹੀ, ਓਕੇ। ਹੀ ਸੈਡ ਟੂ ਮੀ ਆਈ ਕੈਨ ਐਕਸਪਲੇਨ ਦ ਸਿਚੁਏਸ਼ਨ, ਸੋ ਇਨਡਾਇਰੈਕਟ ਕਿਵੇਂ ਕਵਾਂਗੇ, ਹੀ ਟੋਲਡ ਮੀ ਦੈਟ, ਹੁਣ ਸੈਡ ਟੂ ਲੱਗਾ ਸੀਗਾ, ਸੋ ਇਸ ਕਰਕੇ ਇੱਥੇ ਟੋਲਡ ਆ ਗਿਆ, ਹੀ ਟੋਲਡ ਮੀ ਦੈਟ, ਇਨਵਰਟਡ ਕਾਮਸ ਹਟ ਕੇ ਇੱਥੇ ਦੈਟ ਲੱਗ ਗਿਆ, ਹੀ ਕੁਡ, ਕੈਨ ਦਾ ਕੀ ਬਣ ਜਾਏਗਾ ਪਾਸਟ ਚ, ਕੁਡ, ਹੀ ਕੁਡ ਐਕਸਪਲੇਨ ਦ ਸਿਚੁਏਸ਼ਨ। नेक्स्ट एग्जाम्पल है, शी सैड टू मी आई वॉज वेटिंग फॉर यू, बहुत ईजी है ना, सैड टू लगा है तो टोल्ड बन जाएगा, शी टोल्ड मी दैट, हुण इत्थे आई कौन है, शी, ठीक है, शी टोल्ड मी दैट शी हैड बीन वेटिंग फॉर मी, आपां रूल पढ़े सीगे जदों इत्थे पास्ट टेंस लगा होवे तां ਉਹ पास्ट टेंस जिहड़ा आ ਉਹ पास्ट परफेक्ट च चेंज हो जाता है। सो पास्ट परफेक्ट का रूल की हुंदा है, हैड प्लस वर्ब दी थर्ड फॉर्म, ठीक है। हुण ये की है, कॉन्टीन्यूअस है, आई वॉज वेटिंग फॉर यू, सो दिस इज कॉन्टीन्यूअस टेंस, पास्ट कॉन्टीन्यूअस, सो पास्ट कॉन्टीन्यूअस कादे च चेंज हो जाएगा, परफेक्ट कॉन्टीन्यूअस दे विच, सो शी हैड बीन वेटिंग फॉर मी, हैड दे नाल बीन लग गया, नाल वेटिंग फॉर मी आ गया, ठीक है। नेक्स्ट है, माई ब्रदर सैड टू मी आई विल वर्क हार्ड टू स्टैंड फर्स्ट इन द क्लास, हुण इत्थे विल लगा है, आपां पढ़िया कि जिन्नियां भी विल वाले सेंटेंसिस होणगे बस विल ने वुड च चेंज हो जाना, होर बाकी सारा कुछ सेम ही रहेगा। सो माई ब्रदर सैड टू मी, सैड टू लग गया मतलब टोल्ड बनेगा, माई ब्रदर टोल्ड मी दैट ही वुड
बाकी सारा एज इट इज आ जाएगा। ही वुड वर्क हार्ड टू स्टैंड फर्स्ट इन द क्लास। ओके, वेरी सिंपल। हुण इस तो बाद रूल्स आ गए इंटैरोगेटिव सेंटेंसिस नू चेंज करने लिए। इंटैरोगेटिव क्वेश्चन मार्क, ओके, क्वेश्चन मार्क वाले जिहड़े सेंटेंसिस ने उन्हां नू किवें आपां चेंज करना आ, ये भी बहुत सिंपल है, वेरी सिंपल। जे तां इंटैरोगेटिव सेंटेंस जिहड़ा आ ਉਹ ऑक्सिलरी वर्ब ਦੇ ਨਾਲ ਬਣਿਆ ਵਾ, आर यू अ टीचर, विल यू मैरी मी। जे इदां दे सेंटेंसिस ने बड़ा सिंपल है, उन्हां दे नाल इफ लग जाना, उन्हां दे नाल इफ लग जाएगा जदों आपां चेंज करना, ठीक है। जे व वाले सेंटेंसिस ने, व्हाट इज योर नेम, हु आर यू, वेयर आर यू गोइंग, इन दीज केसिस की होएगा, सेम रूल टेंस वाला यूज होना है। व्हाट इज योर नेम, इज लग्या आ, प्रेजेंट सिंपल आ, उन्हें पास्ट सिंपल च कन्वर्ट हो जाना वा, ठीक है। ते व्हाट ने व्हाट ही रहना, हु दा हु ही रहेगा, वेयर दा वेयर ही रहेगा, ठीक है। सिंपली जेड़े आ वाले इंटैरोगेटिव ने ये इफ नाल इन्हां च इफ लग जाना आ, जेड़े व वाले इंटैरोगेटिव ने उन्हां दे विच सेम ही रहेगा। ਆਪਾਂ एग्जाम्पल देखते हैं, एग्जाम्पल तो ਆਪਾਂ ਨੂੰ क्लीयर होएगा। जिवें डायरैक्ट दे विच ਉਹ कह रहा है, ही सैड टू मी डू यू लिव इन दिल्ली, हुण डू लगा आ, ठीक है, डू दे नाल इंटैरोगेटिव बनया होया, ओके। फिर जदों आपां इहदा चेंज करांगे इनू इनडायरैक्ट दे विच, ही आस्क्ड मी, हुण जिहड़े क्वेश्चन मार्क वाले सेंटेंस होणगे उन्हां दे विच इत्थे आस्क्ड आ जाऊगा, ठीक है। पहला आपां की कीता सी, सैड टू नू टोल्ड दे विच लिखिया सी, पर इत्थे की है, हुण कोई पुछ रिहा आ, ओके, हुण कोई सानू कुछ पुछ रिहा आ, इस करके पुछण दे लई आपां यूज करना आस्क्ड। सो ही आस्क्ड मी इफ आई लिव्ड इन दिल्ली, ओके। हुण ही सैड टू मी, डू यू, हुण इत्थे यू कौन है, मी, ठीक है। डू यू लिव इन दिल्ली, कोई मैनू पूछ रहा है कि डू यू लिव इन दिल्ली, सो यू इत्थे मैं आ, है ना। सो ही आस्क्ड मी इफ आई लिव्ड इन दिल्ली, प्रेजेंट सिंपल सीगा, डू लगा आ, तो जदों आपां नू कन्वर्ट किया तो पास्ट सिंपल च चेंज हो गया। इफ आई लिव्ड इन दिल्ली, लिव्ड पास्ट सिंपल च बन गया, डू दा इफ बन गया, ठीक है। जे इत्थे इज लगा आ, ओदा इफ बन जाएगा, आर लगा आ, इहदा इफ बन जाएगा। सो जेड़े इंटैरोगेटिव हैल्पिंग वर्ब्स दी हेल्प नाल बने ने उन्हां दे इत्थे इफ लग जाएगा। ही आस्क्ड मी इफ आई लिव्ड इन दिल्ली। उसी तरह सेकंड एग्जाम्पल आ, ही सैड टू मी व्हेन आर यू गोइंग टू अजमेर, ओके। हुण ये सेकंड तरह दा इंटैरोगेटिव सेंटेंस आ, व्हेन आर यू गोइंग टू अजमेर, तुसीं अजमेर कदों जा रहे हो। सो जदों इहदा इंडायरैक्ट बनेगा, ही आस्क्ड मी when I was going to अजमेर, when दा when ही रहा, हुण इत्थे are you going to अजमेर आ, है ना। सो प्रेजेंट टेंस सीगा, पास्ट दे विच कन्वर्ट किया, are दा was बन गया, when I was going to अजमेर, ओके। वेरी सिंपल, कुछ भी ये डरन वाला नहीं हैगा, बहुत ईजी ने। बाकी दे जे आपां देखिए थोड़ियां जिहियां होर एग्जाम्पल्स देख लेने एक दो। डायरैक्ट दे विच द टीचर सैड टू द स्टूडेंट्स हु ब्रोक द चेयर, ठीक है, हु ब्रोक द चेयर। इनडायरैक्ट की बन गया, द टीचर आस्क्ड द स्टूडेंट्स, ठीक है, टीचर सैड टू द स्टूडेंट्स सीगा, इनडायरैक्ट बन गया, द टीचर आस्क्ड द स्टूडेंट्स हु हैड ब्रोकन द चेयर। हुण इह टेंस किहड़ा सीगा, हु ब्रोक द चेयर, सिंपल पास्ट। सो सिंपल पास्ट जिहड़ा आ वो पास्ट परफेक्ट च चेंज हुंदा, आपां रूल पढ़े ने। सो हु हैड ब्रोकन द चेयर बन गया। तो एक चीज़ याद रखनी, जो इंडायरैक्ट लिखते हैं तो पिछे क्वेश्चन मार्क नहीं होंदा, पिछे फुल स्टॉप आउंदा। सो नैक्सट एग्जाम्पल आ, शी सैड टू मी शैल आई ओपन द डोर, हुण शैल लगा आ, हैल्पिंग वर्ब दे नाल क्वेश्चन बनया आ, वॉट, वैन, वेयर ये नाल नहीं बनया। सो आपां पढ़िया कि जो हैल्पिंग वर्ब नाल क्वेश्चन बनता है तो आपां इफ लगाने। सो देखते हैं इफ किवें लगेगा। शी आस्क्ड मी इफ शी शुड ओपन द डोर, जे इत्थे विल हुंदा तो वुड बन जाना सीगा, हुण इत्थे शैल लगा तो शुड बन गया, इफ शी शुड ओपन द डोर, ओके। सो यही रूल्स इत्थे नीचे उन्होंने दसे हुए ने कि जे शैल लगा आ तो इफ बन लग के
ਚੇਂਜ ਹੋ ਜਾਏਗਾ। ਹੁਣ ਸ਼ੈਲ ਆਪਾਂ ਨੂੰ ਪਤਾ ਹੈ ਕਿ ਕਿਹਦੇ ਨਾਲ ਲੱਗਦਾ ਆ, ਜਦੋਂ ਆਏ ਲੱਗਾ ਹੁੰਦਾ ਹੈ ਨਾ। ਸੋ ਆਏ ਤੇ ਵੀ ਦੇ ਨਾਲ ਸ਼ੈਲ ਲੱਗਦਾ ਆ। ਕਈ ਵਾਰੀ ਜਦੋਂ ਸਬਜੈਕਟ ਚੇਂਜ ਹੋਏਗਾ ਤਾਂ ਸ਼ੈਲ ਦੀ ਫਾਰਮ ਵੀ ਚੇਂਜ ਹੋ ਜਾਏਗੀ। ਓਕੇ, ਹੁਣ ਇਸ ਤੋਂ ਬਾਅਦ ਐਕਸਰਸਾਈਜ਼ਿਸ ਹੀ ਨੇ। ਫਿਰ ਇੰਪੈਰੇਟਿਵ ਸੈਂਟੈਂਸਿਸ। ਇੰਪੈਰੇਟਿਵ ਸੈਂਟੈਂਸਿਸ ਕਿਹੜੇ ਹੁੰਦੇ ਨੇ? ਜਿਨ੍ਹਾਂ ਦੇ ਵਿੱਚ ਆਰਡਰ, ਕਮਾਂਡ ਜਾਂ ਰਿਕੁਐਸਟ ਕੀਤੀ ਹੋਵੇ। ਇੰਪੈਰੇਟਿਵ ਸੈਂਟੈਂਸਿਸ, ਉਹਨਾਂ ਨੂੰ ਕਿਵੇਂ ਚੇਂਜ ਕਰਨਾ ਆ ਇੰਪੈਰੇਟਿਵ ਸੈਂਟੈਂਸਿਸ ਨੂੰ? ਜਿਵੇਂ ਇੱਥੇ ਡਾਇਰੈਕਟ ਸਪੀਚ ਦੱਸਿਆ ਹੋਇਆ, ਦ ਬੌਸ ਸੈਡ ਟੂ ਹਿਜ਼ ਇੰਪਲੋਏ ਸ਼ੋ ਮੀ ਦ ਰਿਪੋਰਟ। ਸੋ ਜਿਹੜਾ ਬੌਸ ਆ ਉਹ ਆਪਣੇ ਇੰਪਲੋਏ ਨੂੰ ਇੱਕ ਤਰ੍ਹਾਂ ਨਾਲ ਆਰਡਰ ਕਰ ਰਿਹਾ ਆ ਕਿ ਮੈਨੂੰ ਰਿਪੋਰਟ ਦਿਖਾ। ਸੋ ਉਦੋਂ ਜਦੋਂ ਆਪਾਂ ਉਹਦਾ ਇੰਡਾਇਰੈਕਟ ਬਣਾਉਣਾ ਹੈ ਤਾਂ ਦ ਬੌਸ ਆਰਡਰਡ ਹਿਜ਼ ਇੰਪਲੋਏ, ਦ ਬੌਸ ਆਰਡਰਡ ਹਿਜ਼ ਇੰਪਲੋਏ ਟੂ ਸ਼ੋ ਹਿਮ ਦ ਰਿਪੋਰਟ। ਆਪਾਂ ਟੂ ਲਗਾ ਦੇਣਾ ਆ ਇਹਨਾਂ ਦੇ ਵਿੱਚ। ਦ ਬੌਸ ਆਰਡਰਡ ਹਿਜ਼ ਇੰਪਲੋਏ ਟੂ ਸ਼ੋ ਹਿਮ ਦ ਰਿਪੋਰਟ। ਓਕੇ, ਉਸੇ ਤਰ੍ਹਾਂ ਨੈਕਸਟ ਜਿਹੜੀ ਐਗਜ਼ਾਮਪਲ ਹੈ, ਮਾਈ ਫਾਦਰ ਸੈਡ ਟੂ ਮੀ ਟੇਕ ਕੇਅਰ ਆਫ ਯੋਰ ਹੈਲਥ। ਹੁਣ ਫਾਦਰ ਕੀ ਕਰ ਰਹੇ ਨੇ? ਐਡਵਾਈਸ ਦੇ ਰਹੇ ਨੇ। ਆਪਾਂ ਦੇਖਣਾ ਕਿ ਕੀ ਗੱਲ ਹੋ ਰਹੀ ਹੈ। ਹੁਣ ਜੇ ਬੌਸ ਇੰਪਲੋਈ ਨੂੰ ਕਹਿ ਰਿਹਾ ਤਾਂ ਇਟ ਮੀਨਸ ਹੀ ਇਜ਼ ਆਰਡਰਿੰਗ ਸਮਥਿੰਗ। ਫਾਦਰ ਸਨ ਨੂੰ ਕਹਿ ਰਿਹਾ ਜਾਂ ਆਪਣੀ ਡਾਟਰ ਨੂੰ ਕਹਿ ਰਿਹਾ ਤਾਂ ਉਹ ਐਡਵਾਈਸ ਦੇ ਰਹੇ ਨੇ। ਸੋ ਮਾਈ ਫਾਦਰ ਐਡਵਾਈਸਡ ਮੀ ਟੂ ਟੇਕ ਕੇਅਰ ਆਫ ਮਾਈ ਹੈਲਥ। ਠੀਕ ਹੈ, ਇੱਥੇ ਦੈਟ ਨਹੀਂ ਆਏਗਾ, ਇਹ ਵਾਲੇ ਸੈਂਟੈਂਸਿਸ 'ਚ ਟੂ ਆ ਜਾਏਗਾ। ਇੱਥੇ ਆਪਾਂ ਇਨਵਰਟਡ ਕਾਮਸ ਹਟਾ ਕੇ ਟੂ ਲਗਾਤਾ, ਇਨਵਰਟਡ ਕਾਮਸ ਹਟਾ ਕੇ ਟੂ ਲਗਾਤਾ। ਸੋ ਨੈਕਸਟ ਹੈਗਾ, ਮਾਈ ਸਿਸਟਰ ਸੈਡ ਟੂ ਮੀ ਪਲੀਜ਼ ਡੋਂਟ ਡਿਸਟਰਬ ਮੀ। ਸੋ ਪਲੀਜ਼ ਲੱਗਾ ਹੈ, ਇਟ ਮੀਨਸ ਰਿਕੁਐਸਟ ਹੋ ਰਹੀ ਹੈ। ਸੋ ਮਾਈ ਸਿਸਟਰ ਰਿਕੁਐਸਟਡ ਮੀ not to disturb her। okay, not to disturb her। ਹੁਣ ਕਿਉਂਕਿ ਨੈਗੇਟਿਵ ਸੀਗਾ, not ਲੱਗਾ ਸੀਗਾ, ਸੋ to ਤੋਂ ਪਹਿਲਾਂ ਆ ਗਿਆ not। ਹੁਣ ਉਸੇ ਤਰ੍ਹਾਂ ਨੈਕਸਟ ਆਪਣੀ ਐਗਜ਼ਾਮਪਲ ਹੈ, ਦ ਕਮਾਂਡਰ ਸੈਡ ਟੂ ਦ ਸੋਲਜਰ। ਹੁਣ ਕਮਾਂਡਰ ਆ, ਉਹ ਸੋਲਜਰਸ ਨੂੰ ਕਮਾਂਡ ਕਰੇਗਾ। ਠੀਕ ਹੈ, ਡੋਂਟ ਬੀ ਅਫਰੇਡ ਆਫ ਦ ਐਨਮੀ, ਮੂਵ ਫੋਰਵਰਡ। ਸੋ ਇਹਦਾ ਜਦੋਂ ਇੰਡਾਇਰੈਕਟ ਬਣੇਗਾ, ਦ ਕਮਾਂਡਰ ਕਮਾਂਡਡ ਦ ਸੋਲਜਰਸ not to be afraid। ਠੀਕ ਹੈ, don't ਲੱਗਾ ਸੀਗਾ, ਸੋ to ਤੋਂ ਪਹਿਲਾਂ not ਆ ਗਿਆ। not to be afraid of the enemy and to move forward। okay, ਇਸੇ ਤਰ੍ਹਾਂ ਨਾਲ the gardener said to the boys don't pluck the flowers। ਜਿਹੜਾ ਗਾਰਡਨਰ ਹੈ ਉਹਨੇ ਬॉयਜ਼ ਨੂੰ ਫੁੱਲ ਤੋੜਨ ਤੋਂ ਮਨਾ ਕੀਤਾ। ਸੋ the gardener forbade the boys। forbade ਮਤਲਬ ਮਨਾ ਕਰਨਾ, ਮਨਾਹੀ ਕਰਨੀ ਕਿਸੇ ਚੀਜ਼ ਦੀ। the gardener forbade the boys from picking the flower। flower pluck ਕਰਨ ਤੋਂ ਮਨਾ ਕੀਤਾ। ਠੀਕ ਹੈ, ਇੱਥੇ from ਆ ਗਿਆ, from, to ਦੀ ਜਗ੍ਹਾ ਤੇ from। ਉਹ ਕਈ ਵਾਰ ਸੈਂਟੈਂਸ ਟੂ ਸੈਂਟੈਂਸ ਵੇਰੀ ਕਰੇਗਾ, ਕਿੱਥੇ from ਤੇ ਕਿੱਥੇ to ਆਣਾ। ਹੁਣ ਨੈਕਸਟ ਹੈਗਾ let। let ਵਾਲੇ ਜਿਹੜੇ ਸੈਂਟੈਂਸਿਸ ਨੇ ਉਹਨਾਂ ਨੂੰ ਕਿਵੇਂ ਚੇਂਜ ਕਰਨਾ ਹੈ? ਜਿਵੇਂ she said to us let's go for shopping। ਉਹਨੇ ਸਾਨੂੰ ਕਿਹਾ ਕਿ ਚਲੋ ਸ਼ਾਪਿੰਗ ਲਈ ਚੱਲਦੇ ਹਾਂ। ਠੀਕ ਹੈ, ਸੋ ਉਹ ਇੱਕ ਤਰ੍ਹਾਂ ਨਾਲ ਇੱਕ ਸਲਾਹ ਦੇ ਰਹੀ ਹੈ, ਉਹ ਇੱਕ ਤਰ੍ਹਾਂ ਨਾਲ ਇੱਕ ਚੀਜ਼ ਪ੍ਰਪੋਜ਼ ਕਰ ਰਹੀ ਹੈ। she proposed to us that we should go for shopping। ਕਿ ਸਾਨੂੰ ਸ਼ਾਪਿੰਗ ਲਈ ਜਾਣਾ ਚਾਹੀਦਾ ਆ। she proposed to us that we should go for shopping। ਓਕੇ, ਜਦੋਂ ਕੋਈ ਪ੍ਰਪੋਜ਼ ਜਾਂ ਸੁਜੈਸਟ ਕਰ ਰਿਹਾ ਆ ਉਸ ਟਾਈਮ ਤੇ ਆਪਾਂ let ਜਿਹੜਾ ਵਾ ਉਹ should ਦੇ ਵਿੱਚ ਚੇਂਜ ਹੋ ਜਾਏਗਾ। let is changed into should ਜਦੋਂ ਕੋਈ ਪ੍ਰਪੋਜ਼ ਜਾਂ ਸੁਜੈਸਟ ਕਰ ਰਿਹਾ ਕੋਈ ਚੀਜ਼। ਜਦੋਂ ਕੋਈ ਪਰਮਿਟ ਕਰ ਰਿਹਾ ਜਾਂ ਪਰਮਿਸ਼ਨ ਮੰਗ ਰਿਹਾ ਆ, ਜਿਵੇਂ ਰੋਹਿਤ said to his father let me choose the subject I want to study। ਜਿਹੜਾ ਰੋਹਿਤ ਹੈ ਉਹ ਪਰਮਿਸ਼ਨ ਮੰਗ ਰਿਹਾ ਆਪਣੇ ਫਾਦਰ ਤੋਂ ਕਿ ਮੈਨੂੰ ਆਪਣੇ ਸਬਜੈਕਟ ਚੁਣਨ ਦਿਓ। ਸੋ ਇੰਡਾਇਰੈਕਟ ਕੀ ਬਣੇਗਾ? ਰੋਹਿਤ ਆਸਕਡ ਹਿਜ਼ ਫਾਦਰ। ਰੋਹਿਤ ਨੇ ਆਪਣੇ ਫਾਦਰ ਨੂੰ ਪੁੱਛਿਆ, ਇੱਕ ਤਰ੍ਹਾਂ ਨਾਲ ਪੁੱਛਿਆ ਕਿ ਕੀ ਪੁੱਛਿਆ? ਟੂ ਲੈਟ ਹਿਮ ਚੂਜ਼ ਦ ਸਬਜੈਕਟ ਹੀ ਵਾਂਟਡ ਟੂ ਸਟੱਡੀ। ਜਦੋਂ ਕੋਈ ਪਰਮਿਸ਼ਨ ਮੰਗ ਰਿਹਾ ਹੈ ਤਾਂ ਲੈਟ ਦਾ ਲੈਟ ਹੀ ਰਹੇਗਾ, ਜਾਂ ਮਾਈਟ ਬੀ ਅਲਾਉਡ ਟੂ, ਕਿ ਮੈਨੂੰ ਅਲਾਉ ਕੀਤਾ ਜਾਵੇ, ਇਹ ਵੀ ਬਣ ਸਕਦਾ ਹੈ। ਠੀਕ ਹੈ, ਸੋ ਰੋਹਿਤ ਆਸਕਡ ਹਿਜ਼ ਫਾਦਰ ਟੂ ਲੈਟ ਹਿਮ ਚੂਜ਼ ਦ ਸਬਜੈਕਟ ਹੀ ਵਾਂਟਡ ਟੂ ਸਟੱਡੀ। ਟੂ ਐਕਸਪ੍ਰੈਸ ਅ ਕੰਡੀਸ਼ਨ ਔਰ ਸੁਪੋਜੀਸ਼ਨ, ਕਿਸੇ ਪੋਜੀਸ਼ਨ ਦੇ ਬਾਰੇ 'ਚ ਗੱਲ ਕਰਨੀ, ਕੰਡੀਸ਼ਨ ਦੇ ਬਾਰੇ 'ਚ ਗੱਲ ਕਰਨੀ। ਉਸ ਟਾਈਮ ਤੇ ਕਿਵੇਂ? he said let him try ever so hard he will not stand first in the class। okay,
ਹੁਣ ਇਹ ਕੀ ਆ, ਕਿਸੇ ਕੰਡੀਸ਼ਨ, ਕਿਸੇ ਦੀ ਕੰਡੀਸ਼ਨ ਦੀ ਗੱਲ ਹੋ ਰਹੀ ਹੈ, ਕਿਸੇ ਦੇ ਹਾਲਾਤ ਕਿੱਦਾਂ ਦੇ ਨੇ। ਸੋ he said that he would not stand first in the class however hard he might try। ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਉਹ ਫਸਟ ਨਹੀਂ ਆ ਸਕਦਾ। ਓਕੇ, ਸੋ ਉਸ ਤੋਂ ਬਾਅਦ ਐਕਸਕਲਾਮੇਟਰੀ ਸੈਂਟੈਂਸਿਸ ਨੇ, ਜਿਵੇਂ ਐਕਸਕਲਾਮੇਸ਼ਨ ਮਾਰਕਸ ਦੇ ਨਾਲ ਜਿਹੜੇ ਲਿਖੇ ਨੇ, ਜਿੱਦਾਂ ਹੁਰਾ, ਅਲਾਸ, ਓ, ਵਟ, ਇੱਦਾਂ ਦੇ ਜਿਹੜੇ ਸੈਂਟੈਂਸਿਸ ਨੇ ਉਹਨਾਂ ਨੂੰ ਕਿਵੇਂ ਚੇਂਜ ਕਰਨਾ ਹੈ। ਇਹਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਹੋਇਆ ਕਿ ਕਿਹੜੇ ਵਰਡਸ ਦਾ ਕੀ ਮਤਲਬ ਹੈ। ਓ, ਹੁਰਾ, ਹੂ, these express joy or delight। ਠੀਕ ਹੈ, ਹੈਪੀਨੈਸ ਨੂੰ ਸ਼ੋ ਕਰ ਰਹੇ ਨੇ, ਜੋਏ ਨੂੰ, ਡਿਲਾਈਟ ਨੂੰ, ਕੋਈ ਕਿਸੇ ਦੀ ਖੁਸ਼ੀ ਨੂੰ ਸ਼ੋ ਕਰ ਰਹੇ ਨੇ। ਹੋ, ਹੁਰਾ, ਹੂ, ਵਟ, ਓ, ਗੁੱਡ ਹੈਵਨਸ ਐਕਸੈਟਰਾ। ਇਹ ਕਿਹਨੂੰ ਐਕਸਪ੍ਰੈਸ ਕਰ ਰਹੇ ਨੇ, ਸਰਪ੍ਰਾਈਜ਼ ਨੂੰ ਜਾਂ ਵੰਡਰ ਨੂੰ, ਹੈਰਾਨੀ ਨੂੰ। ਕੋਈ ਜਾਣਾ ਹੈਰਾਨ ਹੋ ਰਿਹਾ ਤਾਂ ਉਹ ਕਹੇਗਾ ਓ ਵਟ ਗੁੱਡ ਹੈਵਨਸ। ਅਲਾਸ, ਆਹ, ਐਕਸੈਟਰਾ। ਅਲਾਸ ਵਰਡ ਹੈ, ਆਹ ਵਰਡ ਹੈ, ਇਹ ਪੇਨ ਨੂੰ ਜਾਂ ਗਰੀਫ ਨੂੰ, ਦੁੱਖ ਨੂੰ ਪ੍ਰਗਟ ਕਰਦੇ ਨੇ। ਹਾਰਕ, ਹੁਸ਼, ਲੂ, ਬਿਹੋਲਡ। ਓਕੇ, ਇਹ ਕਿਹਨੂੰ ਐਕਸਪ੍ਰੈਸ ਕਰਦੇ ਨੇ, ਅਟੈਂਸ਼ਨ ਨੂੰ। ਠੀਕ ਹੈ, ਅਟੈਂਸ਼ਨ ਨੂੰ। ਪੂ, ਪੂ ਕਿਹਨੂੰ ਐਕਸਪ੍ਰੈਸ ਕਰਦਾ ਹੈ, ਕੰਟੈਂਪਟ ਨੂੰ, ਕੰਟੈਂਪਟ। ਓਕੇ, ਇਹ ਅਲੱਗ-ਅਲੱਗ ਐਕਸਪ੍ਰੈਸ਼ਨਸ ਨੇ। ਸੋ ਇੱਥੋਂ ਥੋੜਾ ਜਿਹਾ ਉਹਨਾਂ ਨੇ ਹਿੰਟ ਦਿੱਤਾ, ਇਹਦੇ ਚੋਂ ਕੁਝ ਹੀ ਯੂਜ਼ ਹੋਣਗੇ ਆਪਣੇ ਸੈਂਟੈਂਸਿਸ ਦੇ ਵਿੱਚ। ਜਿਵੇਂ ਫਸਟ ਐਗਜ਼ਾਮਪਲ ਹੈ, ਸ਼ੀ ਸੈਡ ਅਲਾਸ ਆਈ ਹੈਵ ਇੰਜਰਡ ਮਾਈ ਹੈਂਡ। ਸੋ ਅਲਾਸ ਆਪਾਂ ਕਦੋਂ ਯੂਜ਼ ਕਰਦੇ ਹਾਂ, ਗਰੀਫ ਲਈ ਜਾਂ ਪੇਨ ਲਈ, ਦੁੱਖ ਲਈ। ਠੀਕ ਹੈ, ਸੋ ਸ਼ੀ ਐਕਸਕਲੇਮਡ ਵਿਦ ਸੋਰੋ ਦੈਟ she had injured her hand। ਸੋ ਜਦੋਂ ਵੀ ਆਪਾਂ ਐਕਸਕਲਾਮੇਟਰੀ ਮਾਰਕਸ ਵਾਲਾ ਸੈਂਟੈਂਸ ਦੇਖਣਾ ਹੈ ਤਾਂ ਇੱਥੇ ਐਕਸਕਲੇਮਡ ਲਿਖਣਾ ਵਾ, ਸੈਡ ਨਹੀਂ ਲਿਖਣਾ, ਆਸਕਡ ਨਹੀਂ ਲਿਖਣਾ, ਟੋਲਡ ਨਹੀਂ ਲਿਖਣਾ। she exclaimed with sorrow। ਹੁਣ ਸਾਨੂੰ ਪਤਾ ਹੈ ਕਿ ਅਲਾਸ ਜਿਹੜਾ ਆ ਉਹ ਦੁੱਖ ਦੇ ਲਈ ਯੂਜ਼ ਹੁੰਦਾ ਆ। ਜੇ ਇੱਥੇ ਕੁਝ ਹੁਰਰਾ ਲਿਖਿਆ ਹੁੰਦਾ ਸੋ she exclaimed with happiness ਆਣਾ ਸੀਗਾ, with excitement ਆਣਾ ਸੀ। ਪਰ ਹੁਣ ਕਿਉਂਕਿ ਇਹ ਸੈਡਨੈਸ ਵਾਲਾ ਵਰਡ ਆ, ਇਸ ਕਰਕੇ ਵਿਦ ਸੋਰੋ। ਦੈਟ ਐਕਸਕਲਾਮੇਟਰੀ ਮਾਰਕਸ ਜਿਹੜੇ ਸੀਗੇ ਉਹ ਵੀ ਹਟ ਜਾਏਗਾ ਇੱਥੇ, ਤੇ ਆ ਜਿਹੜੇ ਇਨਵਰਟਡ ਕਾਮਾਸ ਨੇ ਉਹ ਵੀ ਹਟ ਕੇ ਦੈਟ ਆ ਜਾਏਗਾ। ਸ਼ੀ ਹੈਡ ਇੰਜਰਡ ਹਰ ਹੈਂਡ, ਤੇ ਸੇਮ ਉਹੀ ਰੂਲ ਫੋਲੋ ਹੋਏਗਾ। ਇਹ ਆਈ ਹੈਵ ਇੰਜਰਡ ਪ੍ਰੈਜ਼ੈਂਟ ਪਰਫੈਕਟ ਸੀਗਾ, ਉਹ ਕਨਵਰਟ ਹੋ ਗਿਆ ਪਾਸਟ ਪਰਫੈਕਟ ਦੇ ਵਿੱਚ। ਜਿਵੇਂ ਹੁਣ ਨੈਕਸਟ ਆਪਣੀ ਜਿਹੜੀ ਐਗਜ਼ਾਮਪਲ ਹੈ, ਦ ਕੈਪਟਨ ਸੈਡ ਟੂ ਦ ਪਲੇਅਰਸ bravo you played very well today। ਸੋ bravo ਕਦੋਂ ਯੂਜ਼ ਕਰਦੇ ਆ ਆਪਾਂ, bravo ਯੂਜ਼ ਹੁੰਦਾ ਆ ਕਿਸੇ ਨੂੰ ਹੱਲਾਸ਼ੇਰੀ ਦੇਣ ਲਈ। bravo expresses applaud or encouragement, ਹੱਲਾਸ਼ੇਰੀ ਦੇਣ ਲਈ ਯੂਜ਼ ਹੁੰਦਾ ਹੈ। ਸੋ the captain applauded the players, ਉਹਨੇ applaud ਕੀਤਾ, ਜਾਂ encouraged ਵੀ ਆ ਸਕਦਾ ਹੈ। the captain applauded the players saying that, ਕੀ ਕਹਿ ਕੇ ਉਹਨੇ applaud ਕੀਤਾ, they had played very well that day। today ਦਾ that day ਬਣ ਗਿਆ। ਠੀਕ ਹੈ, ਆਪਾਂ ਪਿੱਛੇ ਰੂਲਸ ਪੜ੍ਹੇ ਸੀਗੇ। so the captain applauded the players saying that they had played very well that day। ਉਸੇ ਤਰ੍ਹਾਂ ਨੈਕਸਟ ਸੈਂਟੈਂਸ ਹੈ, she said how foolish I have been। ਠੀਕ ਹੈ, so how foolish I have been ਕਿ ਮੈਂ ਕਿੰਨੀ ਮੂਰਖ ਸੀ, ਅੱਜ ਮੈਂ ਕਿੰਨਾ ਮੂਰਖ ਵਰਤਾਓ ਕੀਤਾ। ਸੋ ਇਹ ਇੱਕ ਤਰ੍ਹਾਂ ਨਾਲ ਇੱਕ ਕਨਫੈਸ਼ਨ ਹੈ, ਕੋਈ ਕਨਫੈਸ ਕਰ ਰਿਹਾ। ਸੋ she confessed that she had been very foolish। ਓਕੇ, ਸੋ ਇਹ ਆਪਣੇ ਐਕਸਕਲਾਮੇਟਰੀ ਮਾਰਕਸ ਵਾਲੇ ਸੈਂਟੈਂਸਿਸ ਸੀਗੇ। ਹੁਣ ਇਸ ਤੋਂ ਬਾਅਦ ਆ ਗਏ ਆਪਟੇਟਿਵ ਸੈਂਟੈਂਸਿਸ। ਆਪਟੇਟਿਵ ਸੈਂਟੈਂਸਿਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਕਿਸੇ ਨੂੰ ਬਲੈਸਿੰਗ ਦਿੰਦੇ ਆ, ਕਿਸੇ ਨੂੰ ਵਿਸ਼ ਕਰਦੇ ਆ, ਜਾਂ ਕੋਈ ਪ੍ਰੇਅਰ ਜਾਂ ਇਸ ਤਰ੍ਹਾਂ ਦੇ ਜਿਹੜੇ ਵਿਸ਼ ਵਾਲੇ ਸੈਂਟੈਂਸਿਸ ਨੇ। ਜਿਵੇਂ ਫਸਟ ਐਗਜ਼ਾਮਪਲ ਹੈ, ਹੀ ਸੈਡ ਟੂ ਮੀ may you get success in life। ਸੋ ਕੋਈ ਕਿਸੇ ਨੂੰ ਵਿਸ਼ ਕਰ ਰਿਹਾ ਆ, ਸੋ he wished me that। ਸੋ ਇਹਨਾਂ ਵਾਸਤੇ ਆਪਾਂ ਵਿਸ਼ ਵਰਡ ਯੂਜ਼ ਕਰ ਲੈਂਦੇ ਆ। she wished me that I might get success in life। ਜਦੋਂ ਕੋਈ ਕਿਸੇ ਨੂੰ ਗੁੱਡ ਬਾਏ ਕਹਿ ਰਿਹਾ ਆ, ਠੀਕ ਹੈ, ਸੋ ਉਹ ਫੇਅਰਵੈਲ ਦੇ ਰਿਹਾ, ਫੇਅਰਵੈਲ ਕਹਿ ਰਿਹਾ ਉਸ ਬੰਦੇ ਨੂੰ। ਸੋ she said goodbye friends, she bade farewell to her friends। ਓਕੇ, ਫੇਅਰਵੈਲ ਦੇ ਵਾਸਤੇ ਬੇਡ ਵਰਡ ਯੂਜ਼ ਕਰਦੇ ਆ, she bade farewell to her friends। ਉਸੇ ਤਰ੍ਹਾਂ he said oh for a glass of water। ਠੀਕ ਹੈ, ਮਤਲਬ ਕੋਈ ਗਲਾਸ ਆਫ ਵਾਟਰ ਮੰਗ ਰਿਹਾ ਆ। ਸੋ ਕੋਈ ਜਿੱਦਾਂ ਚਿल्ला ਕੇ ਕਹਿ ਰਿਹਾ ਆ। ਸੋ he desired strongly for a glass of water।
ओके सो इस तरह नाल आपां इन्हां नूं चेंज करांगे। इस तो बाद ये सारियां एक्सरसाइजिज ने बेस्ड ऑन ऑल द रूल्स जिहड़े आपां हुणे पढ़े ने। मैं ये वाला चैप्टर जिहड़ा आ इनू मैं लिंक कर दांगी डिस्क्रिप्शन बॉक्स दे विच, PDF डाउनलोड करके ये सारी एक्सरसाइज जिहड़ी है सॉल्व कर सकते हो। बाकी ये जिहड़ी बुक है इंग्लिश ग्रामर एंड कंपोजिशन दी, आई वुड सजैसट कि तुसी सारे इनू डाउनलोड कर लो। ये सारे तुहाडे ग्रामर के टॉपिक्स कवर किए हुए हैं। ठीक है सो आई होप कि तुहानू समझ आई होएगी। जे कोई चीज़ां नहीं समझ आईयां तो तुसी मैनू कमेंट करके दस सकते हो। आई विल ट्राई टू क्लीयर योर डाउट्स। थैंक यू फॉर वॉचिंग द वीडियो। Hit the like button and subscribe to the channel. Thank you so much.